का खालसा वाहिगुरु जी की फतेह। संगत जी ਹਿਰਦੇ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਸੰਗਤ ਜੀ। ਸੋ ਅੱਜ ਦਾ ਆਪਣਾ ਹੋਰ ਟੌਪਿਕ ਇਹ ਹੈਗਾ ਪਾਵਰ ਆਫ ਬਿਲੀਫ। ਵੀ ਵਿਸ਼ਵਾਸ ਵਿੱਚ ਕਿੰਨੀ ਸ਼ਕਤੀ ਹੈ। ਇੰਨੀ ਕੁ ਜ਼ਿਆਦਾ ਸ਼ਕਤੀ ਹੈ ਕਿ ਇੰਪੋਸੀਬਲ ਜਿਹੜੀ ਚੀਜ਼ ਲੱਗ ਰਹੀ ਹੈ ਨਾ ਉਹ ਪੋਸੀਬਲ ਹੋ ਜਾਂਦੀ ਹੈ। ਵਿਸ਼ਵਾਸ ਵਿੱਚ ਇੰਨੀ ਸ਼ਕਤੀ ਹੈ ਕਿ ਜੋ ਮਾਈਂਡ ਲੈਵਲ ਤੇ ਸੋਚ ਨਹੀਂ ਤੋਂ ਪਾਰ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ। ਵਿਸ਼ਵਾਸ ਏਡੀ ਵੱਡੀ ਚੀਜ਼ ਹੈ ਪਰ ਕੋਈ ਕਰ ਲਵੇ ਵਿਸ਼ਵਾਸ। ਇਸੇ ਕਾਰਨ ਅਰਦਾਸ ਦੇ ਵਿੱਚ ਵੀ ਇਹ ਦਾਨ ਮੰਗਿਆ ਹੈ ਨਾ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਵਿਸਾਹ ਮਤਲਬ ਵਿਸ਼ਵਾਸ ਵਾਲਾ ਦਾਨ ਕਿ ਸਾਨੂੰ ਪਰਮਾਤਮਾ ਤੇ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਹੋਵੇ। ਔਰ ਜਿਹਨੂੰ ਵਿਸ਼ਵਾਸ ਆ ਜਾਂਦਾ ਨਾ, ਇੰਪੋਸੀਬਲ ਕੰਮ ਪੋਸੀਬਲ ਹੋ ਜਾਂਦੇ ਆ। ਟਾਈਮ ਨਹੀਂ ਲੱਗਦਾ। ਵਿਸ਼ਵਾਸ ਏਡੀ ਵੱਡੀ ਸ਼ਕਤੀ ਹੈ। ਨਹੀਂ ਵਿਸ਼ਵਾਸ ਤਾਂ ਸਾਰੇ ਜੀਵਨ ਨਹੀਂ ਖੇਡ ਬਣਦੀ। ਜਾ ਕਹਿ ਰਿੱਧੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਹਦੇ ਹਿਰਦੇ 'ਚ ਵਿਸ਼ਵਾਸ ਆ ਜਾਵੇ ਉਹ ਤਾਂ ਤਤ ਗਿਆਨ ਉਹਦੇ ਮਨ 'ਚ ਪ੍ਰਗਟ ਹੋ ਜਾਂਦਾ। ਸੱਚ ਦਾ ਗਿਆਨ ਹੀ ਪ੍ਰਗਟ ਹੋ ਜਾਂਦਾ। ਵਿਸ਼ਵਾਸ ਏਡੀ ਵੱਡੀ ਖੇਡ ਹੈ। ਸੋ ਇਹਦੇ ਉੱਤੇ ਬਹੁਤ ਸਾਰੀਆਂ ਰਿਸਰਚਸ ਹੋਈਆਂ ਸੰਗਤ ਜੀ, ਇੰਨੀਆਂ ਕਿ ਜ਼ਿਆਦਾ ਮਤਲਬ ਜਿੰਨੀਆਂ ਮਰਜ਼ੀ ਅਸੀਂ ਸ਼ੇਅਰ ਕਰੀ ਜਾਈਏ। ਉਹ ਸ਼ੇਅਰ ਕਰਨ ਦਾ ਮਤਲਬ ਕੀ ਹੁੰਦਾ ਕਿ ਸਾਡਾ ਵੀ ਵਿਸ਼ਵਾਸ ਜਿਹੜਾ ਪੱਕਾ ਹੋਵੇ, ਤਾਂ ਕਿ ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਹਾਂ ਵੀ ਸੁਖੀ ਜੀਵਨ ਹੋਵੇ, ਸਾਡਾ ਸ਼ਾਂਤੀ ਭਰਿਆ ਹੋਵੇ, ਬੜਾ ਪੀਸਫੁਲ ਲਾਈਫ ਅਸੀਂ ਜੀਏ ਤੇ ਉਹ ਅਸੀਂ ਜ਼ਿੰਦਗੀ ਜੀ ਪਾਈਏ। ਜਾਂ ਹੋਰ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਆਪਣਾ ਚਾਹੁੰਦੇ ਹੋ, ਹਰ ਇੱਕ ਦਾ ਆਪਣਾ ਕੋਈ ਨਾ ਕੋਈ ਗੋਲ ਹੋ ਸਕਦਾ। ਕੋਈ ਸਕਸੈਸਫੁਲ ਹੋਣਾ ਚਾਹੁੰਦਾ ਆਪਣੀ ਲਾਈਫ ਦੇ ਵਿੱਚ। ਕੋਈ ਸਾਰਾ ਜੋ ਵੀ ਤੁਸੀਂ ਚਾਹੁੰਦੇ ਹੋ ਇਹਦੇ ਪਿੱਛੇ ਵਿਸ਼ਵਾਸ ਕੰਮ ਕਰਦਾ ਹੈ। ਜਿਹੜੀਆਂ ਪਿੱਛੇ ਅਸੀਂ ਵਿਚਾਰਾਂ ਵੀ ਕੀਤੀਆਂ ਅਫਰਮੇਸ਼ਨਸ ਦੀਆਂ, ਵਿਜ਼ੂਅਲਾਈਜੇਸ਼ਨ ਦੀਆਂ, ਉਹ ਸਾਰੀ ਇੱਕੋ ਹੀ ਗੱਲ ਹੈ। ਇਹਨੂੰ ਘੁਮਾ ਫਿਰਾ ਕੇ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਨਾਮ ਦਿੱਤਾ, ਪਿੱਛੇ ਜਿਹੜਾ ਵਿਸ਼ਵਾਸ ਹੀ ਕੰਮ ਕਰ ਰਿਹਾ। ਅਫਰਮੇਸ਼ਨਸ ਦੇ ਪਿੱਛੇ ਵੀ ਜਦੋਂ ਪੋਜ਼ਿਟਿਵ ਅਫਰਮੇਸ਼ਨ ਦੇ ਕੇ ਪਿੱਛੇ ਅਸੀਂ ਵਿਸ਼ਵਾਸ ਕਰਨ ਲੱਗ ਜਾਂਦੇ ਹਾਂ ਕੰਮ ਕਰੇਗਾ, ਉਹ ਹੁੰਦਾ ਹੈ। ਇਵੇਂ ਵਿਜ਼ੂਅਲਾਈਜੇਸ਼ਨ ਜਦੋਂ ਉਹਨੂੰ ਫੀਲ ਕਰਨ ਲੱਗ ਜਾਂਦੇ ਆ, ਉਹ ਤਾਂ ਵਿਸ਼ਵਾਸ ਨਾਲ ਹੀ ਕਰਦੇ ਆ ਨਾ ਫੀਲ, ਤਾਂ ਉਹ ਕੰਮ ਹੋਣ ਲੱਗ ਜਾਂਦਾ। ਤਾਂ ਵਿਸ਼ਵਾਸ ਏਡੀ ਵੱਡੀ ਖੇਡ ਆ। ਤੇ ਆਪ ਜੀ ਥੋੜੀ ਜਿਹੀ ਅਸੀਂ ਰਿਸਰਚ ਸ਼ੇਅਰ ਕਰੀਏ ਤੇ ਤੁਸੀਂ ਵੀ, ਤੁਹਾਡੀ ਵੀ ਜ਼ਿੰਦਗੀ ਵਿੱਚ ਬਹੁਤ ਵਾਰ ਹੋਇਆ ਹੋਵੇਗਾ ਤੁਸੀਂ ਵਿਸ਼ਵਾਸ ਕੀਤਾ ਔਰ ਸਾਰੇ ਮਨਾ ਵੀ ਕਰਦੇ ਸਨ ਪਰ ਹੋ ਗਈ ਖੇਡ। ਸੋ ਰਿਸਰਚਸ ਕੀਤੀਆਂ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਟੈਨਫੋਰਡ ਯੂਨੀਵਰਸਿਟੀ, ਹੋਰ ਵੀ ਕਿੰਨੀਆਂ ਯੂਨੀਵਰਸਿਟੀਜ਼ ਨੇ ਕੀਤੀਆਂ, ਕਿੰਨੇ ਡਾਕਟਰਸ ਨੇ ਕੀਤੀਆਂ ਇਹਦੇ ਉੱਤੇ, ਕਿੰਨੇ ਸਾਈਕੋਲੋਜਿਸਟ ਨੇ ਜਿਨ੍ਹਾਂ ਨੇ ਰਿਸਰਚਸ ਕੀਤੀਆਂ। ਔਰ ਥੋੜੀਆਂ ਨਹੀਂ, ਹਜ਼ਾਰਾਂ ਲੋਕਾਂ ਤੇ ਕਰ ਕਰਕੇ ਜਿਹੜਾ ਸਾਡੇ ਸਾਹਮਣੇ ਉਹਨਾਂ ਨੇ ਦੱਸਿਆ ਵੀ ਇਹ ਤੁਹਾਡਾ ਜਿਹੜਾ ਬਿਲੀਫ ਆ ਇਹ ਕਿੰਨਾ ਕੁ ਕੰਮ ਕਰਦਾ। ਇੱਥੋਂ ਤੱਕ ਵੀ ਰਿਸਰਚਸ ਹੋ ਗਈਆਂ ਕਿ ਤੁਹਾਡੇ ਜੀਨਸ ਬਦਲ ਸਕਦੇ ਨੇ, ਤੁਹਾਡੇ DNA ਦੇ ਉੱਤੇ ਇਫੈਕਟ ਪੈਂਦਾ ਹੈ। ਕ੍ਰੋਨਿਕ ਬਿਮਾਰੀਆਂ ਉਹ ਵੀ ਠੀਕ ਹੋ ਸਕਦੀਆਂ ਨੇ। ਜ਼ਿਆਦਾ ਟਾਈਮ ਨਹੀਂ ਲੱਗਦਾ। ਕਹਿ ਤੁਸੀਂ ਵਿਸ਼ਵਾਸ ਕੀਤਾ ਕਿ ਨਾਲ ਲੱਗਦਾ ਅੰਦਰ ਤੁਹਾਡੇ ਕੈਮੀਕਲਸ ਚੇਂਜ ਹੋਣੇ ਸ਼ੁਰੂ ਹੋ ਗਏ। ਇਹ ਨਾਲ ਲੱਗਦਾ ਏਡੀ ਖੇਡ ਹੈ। ਸੋ ਇਹਨਾਂ ਨੇ ਜਿਨ੍ਹਾਂ ਨੇ ਰਿਸਰਚਸ ਕੀਤੀਆਂ ਨੇ, ਇਹਦੇ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਡਾਕਟਰ ਰੋਬਰਟ ਨੇ, ਇਹਨਾਂ ਨੇ ਹਾਈ ਸਕੂਲ ਦੇ ਜਿਹੜੇ ਸਟੂਡੈਂਟ ਸਨ ਉਹਨਾਂ ਵਿੱਚੋਂ ਇੱਕ ਜਿੱਦਾਂ ਹੁੰਦਾ ਨਾ ਗਰੁੱਪ ਹੁੰਦੇ ਆ, ਆਪਾਂ ਬਣਾ ਲੈਂਦੇ ਸੈਕਸ਼ਨਸ ਹੁੰਦੇ ਨੇ। ਸੋ ਇੱਕ ਸੈਕਸ਼ਨ ਦੇ ਜਿਹੜੇ ਬੱਚੇ ਸਨ ਉਹਨਾਂ ਦੇ ਟੀਚਰਸ ਨੂੰ ਕਿਹਾ ਗਿਆ ਵੀ ਇਹ ਜਿਹੜੇ ਸਪੈਸ਼ਲ ਮਤਲਬ ਜਿਹੜੇ ਬਹੁਤ ਇੰਟੈਲੀਜੈਂਟ ਸਮਾਰਟ ਬੱਚੇ ਆ ਇਸ ਗਰੁੱਪ ਦੇ ਵਿੱਚ ਪਾਏ ਨੇ। ਸੋ ਇਹਨਾਂ ਦਾ ਖਾਸ ਧਿਆਨ ਰੱਖਣਾ ਕਿ ਤਾਂ ਕਿ ਇਹਨਾਂ ਦੇ ਰਿਜ਼ਲਟ, ਇਹ ਮੈਂ ਤਾਂ ਇੱਕ ਗਰੁੱਪ ਵਿੱਚ ਇਕੱਠੇ ਕਰ ਦਿੱਤੇ ਇੰਟੈਲੀਜੈਂਟ ਬੱਚੇ ਕਿ ਇਹਨਾਂ ਦੀ ਹੋਰ ਵਧੀਆ ਗਰੋਥ ਹੋ ਪਾਵੇ। ਤੁਸੀਂ ਉਸ ਹਿਸਾਬ ਨਾਲ ਇਹਨਾਂ ਨੂੰ ਪੜ੍ਹਾਈ ਕਰਾਣੀ ਹੈ। ਤੋ 1 ਸਾਲ ਬਾਅਦ ਜਦੋਂ ਰਿਜ਼ਲਟ ਦੇਖਿਆ ਤਾਂ ਉਹ ਇੰਨਾ ਕਿ ਜ਼ਿਆਦਾ ਬਾਕਮਾਲ ਦਾ ਕਿ ਉਹ ਡਾਕਟਰ ਵੀ ਹੈਰਾਨ ਰਹਿ ਗਿਆ, ਡਾਕਟਰ ਰੋਬਰਟ। ਤੇ ਇਹ ਜਿਹੜੇ ਟੀਚਰਸ ਸੀਗੇ ਉਹਨਾਂ ਨੂੰ ਫਿਰ ਉਹਨੇ ਮੀਟਿੰਗ ਕਰਕੇ ਦੱਸਿਆ। ਉਹਨੇ ਕਿਹਾ ਵੀ ਇਹ ਕੋਈ ਸਮਾਰਟ ਬੱਚੇ ਨਹੀਂ ਸੀ, ਐਵਰੇਜ ਬੱਚੇ ਸੀ। ਸਿਰਫ ਤੁਹਾਡੇ ਮਾਈਂਡ ਸੈਟ ਹੋ ਗਿਆ, ਤੁਸੀਂ ਵਿਸ਼ਵਾਸ ਕਰ ਲਿਆ ਬੜੇ ਇੰਟੈਲੀਜੈਂਟ ਬੱਚੇ, ਤੁਸੀਂ ਉਸ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਹੈ
ਉਹ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਤਾਂ ਉਹ ਜਿਹੜਾ ਉਧਰੋਂ ਬੱਚਿਆਂ ਨੇ ਵੀ ਮਿਹਨਤ ਕੀਤੀ, ਉਹਨਾਂ ਨੂੰ ਵੀ ਟੀਚਰਸ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਐਵਰੇਜ ਬੱਚੇ ਆ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਬਹੁਤ ਇੰਟੈਲੀਜੈਂਟ ਹੋ, ਤੁਸੀਂ ਤਾਂ ਇਹ ਫਟਾਫਟ ਹੀ ਕਰ ਲੈਣਾ ਆ। ਸੋ ਦੋਨੋਂ ਪਾਸੇ ਇਹ ਕੰਮ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੀਆਂ ਰਿਸਰਚਸ ਕੀਤੀਆਂ ਨੇ, ਤੇ ਕੈਨੇਡਾ ਦੇ ਵਿੱਚ ਵੀ ਚੂਹਿਆਂ ਦੇ ਉੱਤੇ ਇਹਨਾਂ ਨੇ ਆ ਬਲੀਫ ਸਿਸਟਮ ਦਾ ਜਿਹੜੀ ਰਿਸਰਚ ਕੀਤੀ ਸੀਗੀ, ਕਿ 2 ਚੂਹਿਆਂ ਦੇ ਗਰੁੱਪ ਲੈ ਲਏ, ਦੋਨਾਂ ਨੂੰ ਪੋਇਜ਼ਨ ਦਿੱਤੀ ਗਈ। ਸੋ ਇੱਕ ਗਰੁੱਪ ਨੂੰ ਪੋਇਜ਼ਨ ਦਿੱਤੀ ਤੇ ਉਹ ਉਹਨਾਂ ਦੇ ਪੈਂਕਰੀਆਸ ਤੇ ਅਸਰ ਹੋਇਆ, ਕੈਂਸਰ ਹੋ ਗਿਆ, ਉਹ ਮਰ ਗਏ। ਦੂਸਰੇ ਗਰੁੱਪ ਨੂੰ ਵੀ ਦਿੱਤੀ, ਚੂਹਿਆਂ ਦੇ ਗਰੁੱਪ ਨੂੰ ਪੋਇਜ਼ਨ, ਲੇਕਿਨ ਨਾਲ ਉਹਨਾਂ ਨੂੰ ਇਹਨਾਂ ਨੇ ਜਿਹੜਾ ਹੈ ਉਹ ਥੈਰੇਪੀ ਇਹੋ ਜਿਹੀ ਕਰਨੀ ਸ਼ੁਰੂ ਕਰ ਦਿੱਤੀ ਕਿ ਜਿਹੜੀ ਉਹਨਾਂ ਦੇ ਉੱਤੇ ਅੱਛਾ ਅਸਰ ਕਰ ਰਹੀ ਸੀ। ਉਹ ਉਹਨਾਂ ਨੇ ਲੇਜ਼ਰ ਵਾਲੀ ਥੈਰੇਪੀ, ਲੇਜ਼ਰ ਫ੍ਰੀਕੁਐਂਸੀ ਦੇ ਥਰੂ ਉਹਨਾਂ ਦੇ ਜਿਹੜੇ ਡੀਐਨਏ ਦੇ ਵਿੱਚ ਉਹ એનર્ਜੀ ਭੇਜੀ, ਤੇ ਉਹ ਮਰੇ ਵੀ ਨਹੀਂ, ਜਿੰਦਾ ਵੀ ਰਹੇ, ਔਰ ਉਹ ਕਾਫੀ ਵਧੀਆ ਐਕਟਿਵ ਵੀ ਰਹੇ। ਸੋ ਇੱਥੋਂ ਹੁਣ ਇਹ ਤਾਂ ਚਲੋ ਹੋ ਗਈ ਗੱਲ ਚੂਹਿਆਂ ਤੇ ਰਿਸਰਚ ਕੀਤੀ। ਉਹ ਤੋਂ ਬਾਅਦ ਪਹਿਲਾਂ ਚੂਹਿਆਂ ਤੇ ਕਰਦੇ ਨੇ, ਫਿਰ ਬੰਦਿਆਂ ਤੇ ਆ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਰਿਜ਼ਲਟ ਦੱਸਿਆ, ਇਹ ਕੈਨੇਡਾ ਵਿੱਚ ਜਿਹੜੀ ਰਿਸਰਚ ਹੋਈ, ਉਹਨਾਂ ਨੇ ਕਿਹਾ ਵੀ ਉਹ ਜਿਹੜੀ ਅਸੀਂ ਉਹ ਲੇਜ਼ਰ ਦੇ ਥਰੂ ਫ੍ਰੀਕੁਐਂਸੀ ਭੇਜਦੇ ਆ ਨਾ ਡੀਐਨਏ ਦੇ ਵਿੱਚ, ਅਗਰ 20 ਮਿੰਟ ਮੈਡੀਟੇਸ਼ਨ ਅਸੀਂ ਕਰਦੇ ਆ, 20 ਮਿੰਟ, ਤਾਂ ਉਹ ਸੇਮ ਸਾਡੇ ਹੀ ਸਿਸਟਮ ਦੇ ਵਿੱਚੋਂ ਸਾਡੇ ਡੀਐਨਏ ਦੇ ਵਿੱਚ ਉਹੀ એનર્ਜੀ ਜਾ ਰਹੀ ਹੈ। ਔਰ ਇਹ ਕਿੰਨੇ ਉਹਨਾਂ ਨੇ ਲਿਖੇ, ਮੈਂ ਲਿਖਿਆ ਹੋਇਆ ਨੋਟ ਕੀਤਾ, ਉਹਨਾਂ ਨੇ ਕਿਹਾ ਕਿ ਤੁਹਾਡੇ 39 ਜੀਨਸ ਬਦਲ ਜਾਂਦੇ ਨੇ 20 ਮਿੰਟ ਦੀ ਮੈਡੀਟੇਸ਼ਨ ਦੇ ਨਾਲ, ਮਤਲਬ ਵਧੀਆ ਹੋ ਜਾਂਦੇ ਨੇ। ਡੀਐਨਏ ਦੇ ਉੱਤੇ ਇੰਨਾ ਤੁਹਾਡੇ ਅਸਰ ਪੈਂਦਾ। ਅਗਰ ਰੈਗੂਲਰ ਅਸੀਂ ਮੈਡੀਟੇਸ਼ਨ ਕਰਦੇ ਹੋਈਏ ਔਰ ਉਹਦੇ ਵਿੱਚ ਪੂਰਾ ਵਿਸ਼ਵਾਸ ਰੱਖ ਕੇ ਰੈਗੂਲਰ ਅਸੀਂ ਕਰਦੇ ਹੋਈਏ, ਤਾਂ ਉਹ ਦੇਖੋ ਵੀ ਸਾਡਾ ਬਾਡੀ ਮਾਈਂਡ ਦੇ ਉੱਤੇ ਕਿੰਨਾ ਕੁ ਜ਼ਿਆਦਾ ਫਰਕ ਪਵੇਗਾ। ਤੋ ਜਿਹੜੀ ਰਿਸਰਚ ਹੈ, ਇਹਨਾਂ ਨੇ ਇਹ ਵੀ ਕਿਹਾ ਵੀ ਮੈਡੀਟੇਸ਼ਨ ਤਾਂ ਤੁਸੀਂ ਕਰਦੇ ਆ, ਪਰ ਜਦੋਂ ਤੁਸੀਂ ਪੋਜ਼ਿਟਿਵ ਵਰਡਸ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਭੇਜ ਦਿੰਦੇ ਹੋ, ਮੈਡੀਟੇਸ਼ਨ ਬੰਦਗੀ ਤਾਂ ਹੈ ਹੀ ਸਾਨੂੰ ਪੋਜ਼ਿਟਿਵ ਕਰਦੀ ਹੈ। ਹੁਣ ਇੱਥੇ ਆਪਾਂ ਇਹ ਧਿਆਨ ਰੱਖਣਾ ਵੀ ਕਈ ਵਾਰ ਆਪਾਂ ਕਹਿੰਦੇ ਆ ਪਤਾ ਨਹੀਂ ਕੰਮ ਹੋਣਾ ਕਿ ਨਹੀਂ, ਪਤਾ ਨਹੀਂ ਹੋਣਾ ਕਿ ਨਹੀਂ, ਪਾਠ ਕਰਕੇ ਵੀ, ਅਰਦਾਸ ਕਰਕੇ, ਉਹ ਫਿਰ ਗੜਬੜ ਹੋ ਜਾਂਦੀ। ਹੁਣ ਪੂਰਨ ਭਰੋਸਾ ਵੀ ਰੱਖੋ, ਇਹ ਪੂਰਨ ਭਰੋਸੇ ਦੀ ਖੇਡ ਹੈ ਇਹਦੇ ਪਿੱਛੇ। ਫਿਰ ਤਾਂ ਇੱਕਦਮ, ਫਿਰ ਉਹ ਕਹਿੰਦੇ ਨੇ ਜਦੋਂ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਵਿਸ਼ਵਾਸ ਚਲਾ ਜਾਂਦਾ ਹੈ, ਫਿਰ ਕੀ ਹੁੰਦਾ, ਤੁਹਾਡਾ ਬਾਡੀ, ਤੁਹਾਡਾ ਮਾਈਂਡ ਦੇ ਉੱਤੇ ਜਿਹੜਾ ਉਹ ਅਸਰ ਹੋਣ ਲੱਗ ਜਾਂਦਾ। ਤੁਹਾਡੀਆਂ ਜਿਹੜੀਆਂ, ਤੁਹਾਡੀ ਫ੍ਰੀਕੁਐਂਸੀ ਜਿਹੜੀ ਹਾਈ ਲੈਵਲ ਤੇ ਹੋ ਜਾਂਦੀ ਹੈ, ਉਹ ਫਿਰ ਉਸੇ ਚੀਜ਼ ਨੂੰ ਅਟਰੈਕਟ ਕਰਦੀ ਤੁਹਾਡੀ ਲਾਈਫ ਦੇ ਵਿੱਚ। ਮਤਲਬ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਿਹੜਾ ਥਾਟ ਚਲਾ ਜਾਂਦਾ, ਅੱਛਾ, ਪੋਜ਼ਿਟਿਵ, ਵਧੀਆ, ਸਾਡਾ ਸਬਕੌਂਸ਼ੀਅਸ ਮਾਈਂਡ ਮਤਲਬ ਅੰਤਰ ਮਨ ਦਾ ਕਨੈਕਸ਼ਨ ਹੀ ਬ੍ਰਹਿਮੰਡ ਦੇ ਨਾਲ ਹੈ, ਪਰਮਾਤਮਾ ਨਾਲ ਕਹਿ ਦੋ। ਉਹ ਫਿਰ ਉਹਦੇ ਵਿੱਚੋਂ ਉਹ ਖਜ਼ਾਨਾ ਹੈ, ਫਿਰ ਤਾਂ ਉਹ ਜੋ ਮਰਜ਼ੀ ਖਿੱਚੀ ਜਾਵੇ। ਸਮਝ ਲਓ ਉਹਦੇ ਕੋਲ ਚਾਬੀ ਆ ਗਈ, ਜਿਹੜਾ ਸਬਕੌਂਸ਼ੀਅਸ ਮਾਈਂਡ 'ਚ ਜੋ ਵੀ ਸਾਡੇ ਵਿਚਾਰ ਪਹੁੰਚ ਗਿਆ, ਉਹਨੇ ਉਹੀ ਚੀਜ਼ਾਂ ਖਿੱਚੀ ਜਾਣੀਆਂ ਨੇ ਆਪਣੇ ਜੀਵਨ ਦੇ ਵਿੱਚ। ਸੋ ਸੈਕੰਡ ਵਰਲਡ ਵਾਰ ਦੇ ਵਿੱਚ ਇਹ ਹੋਣੇ ਡਾਕਟਰ ਹੈਨਰੀ, ਇਹ ਹਾਰਵਰਡ ਦੇ ਪੜ੍ਹੇ ਲਿਖੇ ਹੋਏ ਸਨ। ਤਾਂ ਉਹ ਸੈਕੰਡ ਵਰਲਡ ਵਾਰ ਦੇ ਵਿੱਚ ਉਹਨਾਂ ਦੇ ਕੋਲ ਮੋਰਫਿਨ ਖਤਮ ਹੋ ਗਈ, ਤੇ ਇੱਕ ਫਿਰ ਜ਼ਖਮੀ ਸਿਪਾਹੀ ਉਹਨਾਂ ਦੇ ਕੋਲ ਆਇਆ ਜਿਹਦੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ, ਔਰ ਉਹਦੀ ਐਮਰਜੈਂਸੀ ਸਰਜਰੀ ਕਰਨੀ ਪੈਣੀ ਸੀ ਡਾਕਟਰ ਨੂੰ। ਤੇ ਉਹਨੇ ਫਿਰ ਨਰਸ ਨੂੰ ਕਿਹਾ ਕਿ ਮੋਰਫਿਨ ਲੈ ਕੇ ਆ। ਨਰਸ ਇੰਜੈਕਸ਼ਨ ਲੈ ਕੇ ਆਈ, ਉਹਨੂੰ ਪੇਸ਼ੈਂਟ ਨੂੰ ਦਿੱਤਾ, ਜਿਹੜਾ ਜ਼ਖਮੀ ਸਿਪਾਹੀ ਸੀਗਾ, ਉਹਨੂੰ ਇੰਜੈਕਸ਼ਨ ਲਗਾਇਆ। ਤੇ ਉਹ ਸੀਗਾ ਤਾਂ ਪਾਣੀ, ਨਰਸ ਨੂੰ ਵੀ ਪਤਾ ਸੀ, ਡਾਕਟਰ ਤੇ ਨਰਸ ਨੇ ਸਲਾਹ ਕੀਤੀ ਸੀ ਅਸੀਂ ਇਹਨੂੰ ਇਹੀ ਸ਼ੋਅ ਕਰਨਾ ਵੀ ਇਹਦੇ ਵਿੱਚ ਮੋਰਫਿਨ ਆ, ਤੇ ਪਾਣੀ ਦਾ ਭਰ ਕੇ ਲਿਆਈ ਇੰਜੈਕਸ਼ਨ। ਤਾਂ ਉਹਨੂੰ ਪੇਸ਼ੈਂਟ ਨੂੰ ਲਗਾਇਆ, ਤੇ ਉਹਨੇ ਉਸੇ ਤਰ੍ਹਾਂ ਰਿਐਕਟ ਕੀਤਾ ਵੀ ਜਿਵੇਂ ਉਹਨੂੰ ਮੋਰਫਿਨ ਦੇ ਦਿੱਤੀ ਆ, ਤਾਂ ਬਿਲਕੁਲ ਸ਼ਾਂਤ ਹੋ ਗਿਆ। ਔਰ ਡਾਕਟਰ ਨੇ ਬੜੇ ਆਰਾਮ ਨਾਲ ਉਹਦੀ ਸਰਜਰੀ ਕੀਤੀ, ਉਹਨੂੰ ਕੋਈ ਪੇਨ ਨਹੀਂ ਫੀਲ ਹੋਈ। ਜਿਵੇਂ ਬੇਹੋਸ਼ ਕਰ ਦਿੰਦੇ ਨਾ ਪੇਸ਼ੈਂਟ ਨੂੰ, ਉਹਨੂੰ ਕੋਈ ਫੀਲ ਨਹੀਂ ਹੁੰਦਾ ਪੇਨ, ਉਹਨੂੰ ਕੋਈ ਵੀ ਨਹੀਂ ਫੀਲ ਹੋਈ। ਇਸ ਤੋਂ ਬਾਅਦ ਫਿਰ ਡਾਕਟਰ ਹੈਨਰੀ ਨੇ, ਜਦੋਂ ਇਹਨਾਂ ਵਰਲਡ ਵਾਰ ਖਤਮ ਹੋ ਗਈ, ਉਹ ਤੋਂ ਬਾਅਦ ਇਹਨੇ ਮਤਲਬ 100 ਤੋਂ ਵੀ ਉੱਤੇ ਜਿਹੜੀਆਂ ਰਿਸਰਚਸ ਇਹਦੇ ਉੱਤੇ ਕਰ ਮਾਰੀਆਂ, ਔਰ ਸਾਰੀਆਂ ਸਕਸੈਸਫੁਲ ਰਹੀਆਂ। ਔਰ ਜਿਹਨੂੰ ਪਲੇਸੀਬੋ ਇਫੈਕਟ ਕਹਿੰਦੇ ਨੇ, ਕਿ ਬਿਨਾਂ ਦਵਾਈਆਂ ਦੇ ਕੇ, ਦਵਾਈ ਕੋਈ ਨਹੀਂ ਪਾਈ, ਪਾਣੀ ਦੇ ਕੇ, ਸ਼ੂਗਰ ਦੀਆਂ ਗੋਲੀਆਂ ਉਦਾਂ ਹੀ ਦੇ ਕੇ ਕਹਿ ਕੇ ਆਹ ਦਵਾਈ ਆ ਤੁਸੀਂ ਠੀਕ ਹੋ ਜਾਓਗੇ, ਔਰ ਲੋਕ ਠੀਕ ਹੋਣੇ ਸ਼ੁਰੂ ਹੋ ਗਏ। ਇਹਦੇ ਉੱਤੇ ਤਾਂ ਬਹੁਤ ਰਿਸਰਚਸ ਹੁੰਦੀਆਂ ਨੇ। ਅੱਜ ਦੀ ਡੇਟ ਵਿੱਚ ਵੀ ਜਿਹੜੀ ਵੀ ਕੋਈ ਮੈਡੀਸਨ ਤਿਆਰ ਹੁੰਦੀ ਹੈ,
ਉਹ ਪਹਿਲਾਂ ਉਹਦਾ ਇਵੇਂ ਹੀ ਟੈਸਟ ਕੀਤਾ ਜਾਂਦਾ ਹੈ। ਕੁਛ 2 ਗਰੁੱਪ ਬਣਾ ਲਏ ਜਾਂਦੇ ਨੇ। ਇੱਕ ਗਰੁੱਪ ਨੂੰ ਜਿਹੜੀ ਹੈ ਰੀਅਲ ਦੇ ਵਿੱਚ ਮੈਡੀਸਿਨ ਦਿੱਤੀ ਜਾਂਦੀ ਹੈ, ਦੂਸਰੇ ਨੂੰ ਸਿਰਫ ਪਲੇਸਿਬੋ, ਉਹ 'ਚ ਮੈਡੀਸਿਨ ਨਹੀਂ ਹੁੰਦੀ। ਉੱਦਾਂ ਹੀ ਕੈਪਸੂਲ ਖਾਲੀ ਵਿੱਚ ਕੁਛ ਵੀ ਇਹੋ ਜਿਹਾ ਪਾਇਆ ਹੁੰਦਾ ਜਿਹ 'ਚ ਮੈਡੀਸਿਨ ਨਹੀਂ ਹੁੰਦੀ, ਔਰ ਇੰਨੇ ਕਮਾਲ ਦੇ ਰਿਜ਼ਲਟ ਨਿਕਲਦੇ ਨੇ। ਉਹ ਕੀ ਹੈ, ਉਹ ਵਿਸ਼ਵਾਸ ਕਰ ਲੈਂਦਾ ਖਾਣ ਵਾਲਾ ਵੀ ਇਹਦੇ ਵਿੱਚ ਮੈਡੀਸਿਨ ਹੈ ਔਰ ਹੁਣ ਮੈਂ ਠੀਕ ਹੋ ਜਾਵਾਂ। ਔਰ ਖਾਲੀ ਕੈਪਸੂਲ ਨੂੰ ਡਾਕਟਰ ਨੇ ਕਿਹਾ ਵੀ ਇਹ ਤਾਂ ਬਹੁਤ ਹੀ ਜ਼ਿਆਦਾ ਕਮਾਲ ਦੇ ਨੇ, ਇਹ ਤਾਂ ਮਿੰਟਾਂ ਵਿੱਚ ਹੀ ਤੁਹਾਡਾ ਇਲਾਜ ਕਰ ਦਿੰਦੇ ਨੇ, ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ। ਵਿਸ਼ਵਾਸ ਕਰ ਲਿਆ, ਐਡੀ ਐਡੀ ਵਿਸ਼ਵਾਸ ਦੀ ਖੇਡ ਹੈ। ਸੋ ਅਸੀਂ ਵੀ ਕਰ ਲਿਆ ਕਰੀਏ ਸੰਗਤ ਜੀ ਵਿਸ਼ਵਾਸ। ਨੋਬਲ ਪ੍ਰਾਈਜ਼ ਵਿਨਿੰਗ ਆਥਰ ਜਿਹੜੇ ਨੇ ਐਨਾਟੋਲੇ ਫਰਾਂਸ, ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਤੇ ਇਹਨਾਂ ਨੇ ਕਿਹਾ ਵੀ ਜਿਹੜੀਆਂ ਤੁਸੀਂ ਚੰਗੀਆਂ ਚੀਜ਼ਾਂ ਆਪਣੇ ਜੀਵਨ ਵਿੱਚ ਅਗਰ ਚਾਹੁੰਦੇ ਹੋ, ਉਹਦੇ ਲਈ ਪਲਾਨ ਤੇ ਐਕਸ਼ਨ ਹੀ ਕਾਫੀ ਨਹੀਂ। ਆਪਾਂ ਪਲੈਨਿੰਗ ਕਰਦੇ ਹਾਂ ਨਾ, ਉਹਦੇ ਲਈ ਪਲਾਨ ਕਰਦੇ ਆ, ਉਹ ਕਰਾਂਗੇ, ਐਕਸ਼ਨ ਲੈਂਦੇ ਉਹਦੇ ਉੱਤੇ। ਉਹਨੇ ਕਿਹਾ ਇਹੀ ਕਾਫੀ ਨਹੀਂ ਆ, ਪਰ ਨਾਲ ਉਹਦੇ ਪਿੱਛੇ ਵਿਸ਼ਵਾਸ ਕਰ ਲੈਣਾ, ਇਹ ਫਿਰ ਦੇਖੋ ਤੁਹਾਨੂੰ ਕੀ ਰਿਜ਼ਲਟ ਮਿਲਦੇ ਨੇ। ਵਿਸ਼ਵਾਸ ਕਰੋ ਨਾਲ, ਜਾਂ ਪਲੈਨਿੰਗ ਕੀਤੀ, ਐਕਸ਼ਨ ਲੈਣਾ, ਤੇ ਇਹ ਕੰਮ ਹੋਏਗਾ ਹੀ ਹੋਵੇਗਾ। ਔਰ ਇਹਨੇ ਕਿਹਾ ਵੀ ਅਗਰ ਤੁਸੀਂ ਧਾਰਮਿਕ ਹੋ, ਫਿਰ ਤਾਂ ਕਹਿਣਾ ਹੀ ਕੀ ਹੈ, ਫਿਰ ਤਾਂ ਆਪਣੇ ਗੁਰੂ ਤੇ ਤੁਸੀਂ ਵਿਸ਼ਵਾਸ ਕਰੋ ਤੇ ਪ੍ਰੇਅਰ ਕਰੋ, ਬਸ ਤੁਹਾਡੇ ਕੰਮ ਹੋਣ ਲੱਗ ਜਾਂਦੇ। ਪਰ ਵਿਸ਼ਵਾਸ ਨਾਲ ਪਿੱਛੇ ਉਹ ਕੰਮ ਕਰੇਗਾ ਜਿਹੜਾ ਸਿੱਖਾਂ ਨੇ ਅਰਦਾਸ ਵਿੱਚ ਕਿਹਾ, ਬਖਸ਼ੋ ਜੀ ਸਿੱਖਾਂ ਨੂੰ ਜਿਹੜਾ ਹੈ ਵਿਸਾਹ ਦਾਨ, ਵਿਸ਼ਵਾਸ ਦਾ ਦਾਨ ਸਾਨੂੰ ਬਖਸ਼ੋ। अगला है भरोसा दान। भरोसा दान है तू बॉडी करेगा, विश्वास तू है, सो है या तो फिर जो तेन कहा असं तेरे बच्चे हाँ, तू साडे लिए कर रहे हैं, विश्वास रखना है ते अरदास की है तो हुण होवेगी पूरी। पता नहीं होएगी कि नहीं होएगी वो करके ना, सो जिहड़ा वो साडी नेगेटिविटी है वो ही साडा कनैक्शन नहीं जुड़न दिंदी, साडे अंतर मन दा पार ब्रह्म परमात्मा दे नाल कनैक्शन नहीं जुड़दा जदों विच साडी नेगेटिविटी साडे ही नन्ने आ जांदे ने। ਤੇ ਹੋਰ ਇਹਨਾਂ ਨੇ ਬਹੁਤ ਸਾਰੀਆਂ ਰਿਸਰਚਸ ਕੀਤੀਆਂ ਨੇ ਸੰਗਤ ਜੀ। ਤੇ ਇੱਕ ਰਿਸਰਚ ਜਿਹੜੀ ਕੀਤੀ ਗਈ ਸੀ, ਉਹ ਕੀਤੀ ਗਈ ਸੀ ਆਰਮੀ ਦੇ ਜਿਹੜੇ ਸਿਪਾਹੀ ਸੀ, ਸੋਲਜਰ ਸੀ, ਉਹਨਾਂ ਦੇ ਉੱਤੇ 50 ਜਣਿਆਂ ਦੀ ਨੀ ਸਰਜਰੀ ਹੋਣੀ ਸੀ। ਤੋ 25 ਵਾਲਿਆਂ ਦੀ ਰੀਅਲ ਦੇ ਵਿੱਚ ਕੀਤੀ ਗਈ ਸਰਜਰੀ, 25 ਵਾਲਿਆਂ ਦਾ ਸਿਰਫ ਉਹ ਖੋਲ ਲਿਆ, ਕਾਰਟਿਲੇਜ ਉਹਨਾਂ ਦਾ ਖੋਲਿਆ ਤੇ ਵਾਪਸ ਉਸੇ ਤਰ੍ਹਾਂ ਹੀ ਬੰਦ ਕਰ ਦਿੱਤਾ, ਕੁਛ ਵੀ ਨਹੀਂ ਕੀਤਾ। ਪਰ ਉਹ ਐਕਟ ਇਸ ਤਰ੍ਹਾਂ ਕੀਤਾ, ਉਹਨਾਂ ਨੂੰ ਵੀ ਲੱਗਿਆ ਸਾਡੀ ਸਰਜਰੀ ਹੋ ਗਈ। ਸੇਮ ਟਾਈਮ ਹੀਲਿੰਗ ਦਾ, ਜਿਨ੍ਹਾਂ ਦੀ ਸਰਜਰੀ ਹੋਈ ਔਰ ਜਿਨ੍ਹਾਂ ਦੀ ਨਹੀਂ ਹੋਈ। ਔਰ ਉਹਨਾਂ ਨੂੰ ਹਰ ਸਾਲ ਉਹਨਾਂ ਨੂੰ ਦੱਸਿਆ ਨਹੀਂ ਗਿਆ। 6 ਸਾਲ ਤੱਕ ਉਹਨਾਂ ਦਾ ਉਹ ਸਟੱਡੀ ਕਰਦੇ ਰਹੇ, ਇਹਨਾਂ ਦਾ ਕੀ ਹਾਲ ਹੈ, ਕੀ ਹਾਲ ਹੈ, ਕੀ ਹਾਲ ਹੈ। ਸੇਮ ਜਿਨ੍ਹਾਂ ਦੀ ਸਰਜਰੀ ਹੋਈ ਉਹਨਾਂ ਦੀ ਵੀ, ਜਿਨ੍ਹਾਂ ਦੀ ਨਹੀਂ ਵੀ ਹੋਈ, ਸਿਰਫ ਉਹਨਾਂ ਦੇ ਮਾਈਂਡ 'ਚ ਪੈ ਗਿਆ ਸਾਡੀ ਸਰਜਰੀ ਹੋ ਗਈ, ਸਾਡੇ ਗੋਡੇ ਹੁਣ ਠੀਕ। ਤੇ 6 ਸਾਲ ਲਗਾਤਾਰ ਉਹ ਕਰਦੇ ਰਹੇ। ਉਸ ਤੋਂ ਬਾਅਦ ਤਾਂ ਅੱਜ ਦੀ ਡੇਟ ਵਿੱਚ ਬਹੁਤ ਵਾਰੇ ਜਿਹੜੇ ਨੇ ਰਿਸਰਚਸ ਕਰ ਲੈਂਦੇ ਨੇ, ਜਿਨ੍ਹਾਂ ਦਾ ਲੱਗਦਾ ਹੁੰਦਾ ਵੀ ਇਹ ਸਰਜਰੀ ਨਾਲ ਵੀ ਨਹੀਂ ਠੀਕ ਹੋਣੇ, ਇੰਨੇ ਖਰਾਬ ਹੋ ਗਏ ਨੇ, ਉਹਨਾਂ ਦੇ ਮਾਈਂਡ 'ਚ ਪਾ ਕੇ ਇਸੇ ਤਰ੍ਹਾਂ ਖੋਲ ਕੇ ਬੰਦ ਕਰ ਦਿੰਦੇ ਨੇ। ਕਹਿੰਦੇ ਤੁਹਾਡਾ ਤਾਂ ਸਕਸੈਸਫੁਲ ਸਰਜਰੀ ਹੋਈ, ਬਹੁਤ ਹੀ ਵਧੀਆ ਹੋ ਗਿਆ ਤੁਹਾਡਾ, ਕਮਾਲ। ਔਰ ਉਹ ਹੈਰਾਨ ਨੇ ਕਿ ਉਹ ਬਿਲਕੁਲ ਠੀਕ ਤੁਰਦੇ ਨੇ, ਨਾਰਮਲ ਤੁਰਦੇ ਨੇ, ਕਿਉਂਕਿ ਉਹਨਾਂ ਨੇ ਮਾਈਂਡ ਦੇ ਵਿੱਚ ਡਾਕਟਰ ਦੀ ਗੱਲ ਤੇ ਬੰਦਾ ਬਹੁਤ ਵਿਸ਼ਵਾਸ ਕਰਦਾ। ਇਹਨੇ ਕਿਹਾ ਤੇਰਾ ਤਾਂ ਬਹੁਤ ਹੀ ਵਧੀਆ ਸਰਜਰੀ ਹੋ ਗਈ, ਤਾਂ ਉਹ ਬਸ ਉਹ ਆਪਣੇ ਆਪ ਨੂੰ ਉਹ ਵਿਸ਼ਵਾਸ ਕਰਕੇ ਉਹ ਥਾਟ ਦੇਣਾ ਸ਼ੁਰੂ ਕਰ ਦਿੱਤਾ, ਸਬਕੌਂਸ਼ੀਅਸ ਮਾਈਂਡ ਵਿੱਚ ਚਲਾ ਗਿਆ। ਉਹ ਫਿਰ ਉਸੇ ਤਰ੍ਹਾਂ ਦਾ ਹੀ ਸਾਡੇ ਜਿਹੜੇ ਨੇ ਐਕਸ਼ਨਸ ਹੋਣ ਲੱਗ ਜਾਂਦੇ ਨੇ, ਸਾਡੇ ਅੰਦਰ ਕੈਮੀਕਲ ਚੇਂਜਸ, ਸਾਡੇ ਫਿਜ਼ੀਕਲ ਚੇਂਜਸ ਉਹੋ ਜਿਹੀਆਂ ਆਉਣ ਲੱਗ ਜਾਂਦੀਆਂ। ਫਿਰ ਇਹ ਨੋਬਲ ਪ੍ਰਾਈਜ਼ ਵਿਨਿੰਗ ਆਥਰ ਜਿਹੜਾ ਹੈ, ਇਹ ਕਹਿ ਰਿਹਾ ਵੀ ਕਿ ਤੁਸੀਂ ਆਪਣੇ ਆਪ ਨੂੰ ਆਪ ਨਹੀਂ ਵਿਸ਼ਵਾਸ ਦੇ ਸਕਦੇ, ਉਹ ਵੀ ਦੇ ਸਕਦੇ ਹੋ। ਉਹਦੇ ਲਈ ਬਣੀਆਂ ਨੇ ਪੋਜ਼ਿਟਿਵ ਅਫਰਮੇਸ਼ਨਸ, ਵਿਜ਼ੂਅਲਾਈਜ਼ੇਸ਼ਨ, ਜਿਹੜੀਆਂ ਅਸੀਂ ਪਿੱਛੇ ਵਿਚਾਰਾਂ ਕਰ ਚੁੱਕੇ ਹਾਂ, ਵੀ ਆਪਣੇ ਆਪ ਨੂੰ ਹੀ ਉਹ ਅਫਰਮੇਸ਼ਨਸ ਅਸੀਂ ਦੇਈ ਜਾਈਏ, ਵਿਜ਼ੂਅਲਾਈਜ਼ ਕਰੀ ਜਾਈਏ, ਤਾਂ ਉਹ ਸਾਡੇ ਤੇ ਅਸਰ ਹੋਵੇਗਾ। ਪਰ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੀਆਂ ਐਗਜ਼ਾਮਪਲਸ ਦੀ ਅਸੀਂ ਗੱਲ ਕਰ ਰਹੇ ਹਾਂ, ਇਹਦਾ ਮਤਲਬ ਹੀ ਇਹੀ ਹੈ ਕਿ ਅਸੀਂ ਜਿਹੜਾ ਹੋਰ ਵਿਸ਼ਵਾਸ ਕਰੀਏ। 1998 ਦੇ ਵਿੱਚ 16 ਤਰ੍ਹਾਂ ਦੀਆਂ ਡਿਪਰੈਸ਼ਨ ਦੀਆਂ ਦਵਾਈਆਂ ਜਿਹੜੀਆਂ ਉਹ ਲੋਕਾਂ ਦੇ ਉੱਤੇ ਟੈਸਟ ਕਰਦੇ ਨੇ ਪਹਿਲਾਂ,
ਤਾਂ ਉਹ ਜਦੋਂ ਉਹਨਾਂ ਨੇ 25 ਤਾਂ ਟੈਸਟ ਕਰਨ ਤੋਂ ਬਾਅਦ 25 ਰੀਅਲ ਨੂੰ ਦਿੱਤੀਆਂ ਗਈਆਂ। ਮਤਲਬ 25 ਪੇਸ਼ੈਂਟ ਲਏ ਜਿਨ੍ਹਾਂ ਨੂੰ ਰੀਅਲ ਦੇ ਵਿੱਚ ਉਹ ਦਵਾਈਆਂ ਦਿੱਤੀਆਂ ਗਈਆਂ, ਜਿਨ੍ਹਾਂ ਦੇ ਟੈਸਟ ਕਰ ਰਹੇ ਸਨ। ਔਰ ਉਹਦੇ ਵਿੱਚੋਂ 25 ਉਹ ਲੈ ਕੇ ਜਿਨ੍ਹਾਂ ਨੂੰ ਸਿਰਫ ਖਾਲੀ ਦਵਾਈ ਉਹਦੇ 'ਚ ਕੋਈ ਨਹੀਂ, ਪਲੇਸਿਬੋ। ਤਾਂ ਉਹ ਇੰਨਾ ਹੈਰਾਨੀ ਦੀ ਰਿਜ਼ਲਟ ਕਿ ਜਿਨ੍ਹਾਂ ਨੂੰ ਰੀਅਲ ਦਿੱਤੀਆਂ ਗਈਆਂ ਉਹਨਾਂ ਵਿੱਚ 25% ਫ਼ਰਕ, ਔਰ ਜਿਨ੍ਹਾਂ ਨੂੰ ਸਿਰਫ ਪਲੇਸਿਬੋ ਦਿੱਤੀਆਂ ਉਹਨਾਂ ਨੂੰ 50% ਫ਼ਰਕ। ਪਰ ਨਾਲ ਉਹਨਾਂ ਨੂੰ ਕੀ ਕਿਹਾ ਵੀ ਲੇਟੈਸਟ ਮੈਡੀਸਨ ਹੈ, ਇਹ ਤਾਂ ਡਿਪਰੈਸ਼ਨ ਨੂੰ ਏਦਾਂ ਭਜਾ ਦਿੰਦੀ ਹੈ। ਸੋ ਇਹ ਜੇ ਅਸੀਂ ਆਪਣੇ ਆਪ ਨੂੰ ਮੈਸੇਜ ਦੇ ਲਈਏ ਗੁਰੂ ਦੀ ਬਾਣੀ ਤੇ ਵਿਸ਼ਵਾਸ ਕਰਕੇ, ਨਾਮ ਤੇ ਵਿਸ਼ਵਾਸ ਕਰਕੇ, ਸੋ ਫਿਰ ਦੇਖੋ ਫਿਰ ਕੀ ਕਮਾਲ ਹੁੰਦਾ ਹੈ। ਫਿਰ ਇਹਨਾਂ ਨੇ ਦੁਬਾਰਾ 2016 ਦੇ ਵਿੱਚ 2300 ਲੋਕਾਂ ਦੇ ਪੇਸ਼ੈਂਟਸ ਦੇ ਉੱਤੇ ਰਿਸਰਚ ਕੀਤੀ। ਤੋ ਕਮਾਲ ਹੋ ਗਿਆ ਵੀ ਪਲੇਸਿਬੋ ਦਾ 75% ਉਹਨਾਂ ਦੇ ਉੱਤੇ ਅਸਰ। ਕਿਉਂਕਿ ਹੁਣ ਜਿਹੜੀਆਂ 2016 ਦੇ ਵਿੱਚ ਡਿਪਰੈਸ਼ਨ ਦੀਆਂ ਦਵਾਈਆਂ ਬਣ ਗਈਆਂ ਸਨ, ਇਹ ਬਹੁਤ ਇੰਪਰੂਵ ਹੋ ਕੇ ਬਣੀਆਂ ਸਨ ਤੇ ਲੋਕਾਂ ਨੂੰ ਵੀ ਹੁਣ ਮਾਈਂਡ ਦੇ ਵਿੱਚ ਪਤਾ ਵੀ ਇਹ ਦਵਾਈਆਂ ਜਿਹੜੀਆਂ ਬਹੁਤ ਅਸਰ ਕਰਦੀਆਂ ਨੇ, ਛੇਤੀ ਤੋਂ ਬਾਹਰ ਆ ਸਕਦੇ ਅਸੀਂ ਦਵਾਈ ਤੋਂ। ਤੇ ਜਿਨ੍ਹਾਂ ਨੂੰ ਦਿੱਤੀਆਂ ਗਈਆਂ ਉਹਨਾਂ ਵਿੱਚ ਵੀ 100% ਫਰਕ ਪੈ ਗਿਆ, ਔਰ ਜਿਨ੍ਹਾਂ ਵਿੱਚ ਕੋਈ ਦਵਾਈ ਨਹੀਂ ਸੀ, ਸਿਰਫ ਉਹਨਾਂ ਨੂੰ ਮੈਸੇਜ ਦਿੱਤਾ ਗਿਆ, ਉਹ ਵੀ 75% ਲੋਕ ਠੀਕ ਹੋ ਗਏ ਪਲੇਸਿਬੋ ਵਾਲੇ। ਸੋ ਹੋਰ ਪਲੇਸਿਬੋ ਦੀ ਇੱਕ ਬੜੀ ਵੱਡੀ ਐਗਜ਼ਾਮਪਲ ਹੈ ਕਿ ਸੰਗਤ ਜੀ ਅਮਰੀਕਾ ਦੇ ਵਿੱਚ ਇੱਕ ਵਾਰ ਇੱਕ ਆਰਟੀਕਲ ਛਪਿਆ ਸੀ। ਉਹਦੇ ਵਿੱਚ ਲਿਖਿਆ ਸੀ ਕਿ ਕੈਂਸਰ ਦੇ ਲਈ ਹੁਣ ਜਿਹੜਾ ਇੱਕ ਡਰੱਗ ਆਇਆ ਟਰਬਾਇਓਜਨ, ਇਹ ਬਹੁਤ ਹੀ ਵਧੀਆ ਹੈ। ਤੋ ਕੋਈ ਪੇਸ਼ੈਂਟ ਸੀ, ਉਹਨੇ ਪੜ੍ਹਿਆ ਇਹ ਆਰਟੀਕਲ, ਤਾਂ ਉਹਦੀ ਪੂਰੀ ਬਾਡੀ ਵਿੱਚ ਗੱਠਾਂ ਬਣੀਆਂ ਹੋਈਆਂ ਸੀ ਤੇ ਉਹਨੂੰ ਡਾਕਟਰਸ ਕਹਿ ਚੁੱਕੇ ਸਨ ਵੀ ਹੁਣ ਤੂੰ, ਤੇਰੀ ਲਾਈਫ ਹੁਣ ਹੈ ਨਹੀਂ ਗੀ, ਉਹ ਘਰ ਗਿਆ ਹੋਇਆ ਸੀ। ਪਰ ਜਦੋਂ ਉਹਨੇ ਆਰਟੀਕਲ ਪੜ੍ਹਿਆ ਉਹ ਆਪਣੇ ਡਾਕਟਰ ਕੋਲ ਆ ਗਿਆ। ਸੋ ਡਾਕਟਰ ਕੋਲ ਜਦੋਂ ਆਇਆ ਤਾਂ ਡਾਕਟਰ ਨੂੰ ਉਹਨੇ ਦੱਸਿਆ ਵੀ ਆਹ ਦੇਖੋ ਮੈਂ ਆਰਟੀਕਲ ਪੜ੍ਹਿਆ ਆ ਤੇ ਆਹ ਵਾਲਾ ਜਿਹੜਾ ਡਰੱਗ ਹੈ ਕੈਂਸਰ ਨੂੰ ਲਿਖਿਆ ਹੋਇਆ ਬਹੁਤ ਜਲਦੀ ਠੀਕ ਕਰਦਾ, ਤੇ ਮੈਨੂੰ ਤੂੰ ਇਹੀ ਜਿਹੜੀ ਹੈ ਇਹ ਡਰੱਗ ਲਗਾ, ਮੈਨੂੰ ਇਹਦਾ ਇੰਜੈਕਸ਼ਨ ਲਗਾ। ਸੋ ਡਾਕਟਰ ਨੇ ਉਹਨੂੰ ਲਗਾਇਆ ਉਹ ਇੰਜੈਕਸ਼ਨ ਪੇਸ਼ੈਂਟ ਦੇ ਕਹੇ ਤੇ ਕਮਾਲ ਦੀ ਗੱਲ 2 ਦਿਨ ਦੇ ਅੰਦਰ ਉਹਦੀਆਂ ਗੱਠਾਂ ਸਾਫ਼ ਹੋ ਗਈਆਂ। 1 ਹਫ਼ਤੇ ਦੇ ਅੰਦਰ ਡਿਸਚਾਰਜ ਹੋ ਕੇ ਘਰ ਨੂੰ ਆ ਚਲਾ ਗਿਆ। ਸੋ ਜਦੋਂ ਉਹ ਘਰ ਚਲਾ ਗਿਆ, ਬੜਾ ਸੋਹਣਾ ਠੀਕ ਆ, ਇੰਜੋਏ ਕਰ ਰਿਹਾ ਆਪਣੀ ਲਾਈਫ, ਬੜਾ ਖੁਸ਼ ਹੈ। ਤਾਂ 2 ਮਹੀਨਿਆਂ ਬਾਅਦ ਇੱਕ ਆਰਟੀਕਲ ਛਪਿਆ। ਸੋ ਉਹਦੇ ਵਿੱਚ ਸੀਗਾ ਵੀ ਇਹ ਜਿਹੜਾ ਟਰਬਾਇਓਜਨ ਡਰੱਗ ਆ, ਇਹ ਤਾਂ ਕਿਸੇ ਕੰਮ ਦਾ ਨਹੀਂ ਹੈਗਾ, ਇਹ ਤਾਂ ਫੇਕ ਆ, ਇਹ ਤਾਂ ਇਉਂ ਹੈ। ਉਹ ਜਦੋਂ ਸਾਰਾ ਉਹਨੇ ਉਹਦੇ ਬਾਰੇ ਫਿਰ ਪੜ੍ਹਿਆ, ਉਹ ਇੱਕਦਮ ਡਿਪਰੈਸ਼ਨ ਚਲਾ ਗਿਆ। 2 ਦਿਨ ਦੇ ਅੰਦਰ ਫਿਰ ਕੈਂਸਰ ਦੀਆਂ ਗੱਠਾਂ ਬਣ ਗਈਆਂ। ਫਿਰ ਵਾਪਸ ਆਇਆ ਆਪਣੇ ਡਾਕਟਰ ਦੇ ਕੋਲ। ਪਰ ਹੁਣ ਸੰਗਤ ਜੀ, ਉਹ ਡਾਕਟਰ ਨੇ ਸਮਝ ਲਿਆ ਸੀ ਵੀ ਉਹਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਠੀਕ ਹੀ ਆ, ਇਹ ਜਿਹੜਾ ਟਰਬਾਇਓਜਨ ਡਰੱਗ ਆ, ਵੀ ਇਹ ਕਹਿੰਦਾ ਸੀ ਕਰਕੇ ਪੇਸ਼ੈਂਟ ਨੂੰ ਲਗਾਇਆ, ਇਹ 2 ਦਿਨ ਦੇ ਅੰਦਰ ਠੀਕ ਹੋ ਗਿਆ, ਹਫ਼ਤੇ 'ਚ ਡਿਸਚਾਰਜ ਹੋ ਕੇ ਚਲਾ ਗਿਆ ਸੀ। ਹੁਣ ਡਾਕਟਰ ਨੇ ਠਾਣ ਲਿਆ ਵੀ ਮੈਂ ਵਿਸ਼ਵਾਸ ਇਹਦੇ ਮਨ 'ਚ ਪਾ ਕੇ ਇਹਨੂੰ ਮੈਂ ਠੀਕ ਕਰਨਾ। ਸੋ ਡਾਕਟਰ ਨੇ ਫਿਰ ਉਹਨੂੰ ਕਿਹਾ, ਹਾਂ ਉਹ ਠੀਕ ਆ, ਉਹ ਏਦਾਂ ਦਾ ਹੀ ਸੀ ਉਹ ਜਿਹੜਾ ਡਰੱਗ ਸੀਗਾ, ਪਰ ਹੁਣ ਇਹਦੀ ਜਿਹੜੀ ਆ ਬਹੁਤ ਜ਼ਿਆਦਾ ਇੰਪਰੂਵ ਰੂਪ ਦੇ ਵਿੱਚ ਇਹਦਾ ਜਿਹੜਾ ਡਰੱਗ ਦੀ ਕੁਆਲਿਟੀ ਆ ਗਈ ਆ। ਉਹ ਤਾਂ ਇੰਨੇ ਕਮਾਲ ਦੀ, ਉਹਨੇ ਕਿਹਾ ਇੰਨੇ ਰਿਜ਼ਲਟ ਆਏ ਆ ਸਾਡੇ ਸਾਹਮਣੇ। ਉਹਨੇ ਕਿਹਾ ਲਾ ਮੈਨੂੰ ਉਹਨੇ ਲਾਇਆ, 2 ਦਿਨ ਦੇ ਅੰਦਰ ਫਿਰ ਠੀਕ ਹੋ ਗਿਆ। 1 ਹਫ਼ਤੇ ਦੇ ਅੰਦਰ ਡਿਸਚਾਰਜ ਹੋ ਕੇ ਘਰ ਨੂੰ ਚਲਾ ਗਿਆ। ਪਰ 1 ਮਹੀਨੇ ਬਾਅਦ ਫਿਰ ਪੂਰੇ ਅਮਰੀਕਾ ਦੇ ਵਿੱਚ ਖਬਰਾਂ ਛਪ ਗਈਆਂ, ਜਿਹੜਾ ਟਰਬਾਇਓਜਨ ਡਰੱਗ ਆ ਉਹ ਬੇਕਾਰ ਆ, ਉਹ ਫੇਕ ਆ, ਉਹ ਤਾਂ ਪਾਣੀ ਨਾਲੋਂ ਵੀ ਭੈੜਾ, ਏਦਾਂ। ਉਹਨੇ ਫਿਰ ਪੇਸ਼ੈਂਟ ਨੇ ਪੜ੍ਹਿਆ ਤੇ ਉਹ ਮਰ ਗਿਆ। ਸੋ ਅਸਰ ਕਿਹਨੇ ਕੀਤਾ? ਸਾਡੀ ਹੀ ਸੋਚ ਨੇ, ਸਾਡੇ ਹੀ ਮਨ ਨੇ। ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਦੋਂ ਚੀਜ਼ ਚਲੀ ਜਾਂਦੀ ਆ, ਉਹ ਫਿਰ ਕੰਮ ਕਰਦੀ ਹੈ। ਇਵੇਂ ਹੀ ਅਮਰੀਕਾ ਵਿੱਚ ਤਾਂ ਬਹੁਤ ਰਿਸਰਚਸ ਕਰਦੇ ਨੇ, ਕੈਦੀਆਂ ਦੇ ਉੱਤੇ ਕਰਦੇ ਨੇ, ਜਿਨ੍ਹਾਂ ਨੂੰ ਮਤਲਬ ਫਾਂਸੀ ਦੀ ਹੀ ਸਜ਼ਾ ਹੋਣੀ ਹੁੰਦੀ ਹੈ। ਉਹਨਾਂ ਦੇ ਉੱਤੇ ਕਰਦੇ ਨੇ ਵੀ ਇਹਦਾ ਤਾਂ ਕੋਈ, ਇਹਨਾਂ ਨੂੰ ਛੱਡਿਆ ਹੀ ਨਹੀਂ ਜਾਣਾ ਹੁਣ। ਤਾਂ ਕੋਰਟ 'ਚ ਬੁਲਾ ਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਣੀ ਸੀ, ਤਾਂ ਉਹਨੂੰ ਕਿਹਾ ਵੀ ਇਹਨੂੰ ਜਿਹੜੀ ਸਜ਼ਾ ਮੌਤ ਦੀ ਆ, ਇਸ ਤਰੀਕੇ ਨਾਲ ਦਿੱਤੀ ਜਾਵੇ, ਇਹਨੂੰ ਜ਼ਹਿਰੀਲਾ ਸੱਪ ਲੜਾ ਕੇ ਮਾਰਿਆ ਜਾਵੇ। ਸੋ ਇਹਦੇ ਜਿੱਥੇ ਜੇਲ੍ਹ ਵਿੱਚ ਹੈਗਾ ਉੱਥੇ ਹੀ ਸੱਪ ਇਹਦੇ ਉਹਦੇ 'ਚ ਛੱਡ ਦਿੱਤਾ ਜਾਵੇ ਤਾਂ ਇਹਨੂੰ ਮਾਰ ਦਿੱਤਾ ਜਾਵੇ। ਸੋ ਅਗਲੇ ਦਿਨ ਫਿਰ ਇਸੇ ਤਰ੍ਹਾਂ ਉਹਨਾਂ ਨੇ ਕੀਤਾ, ਸੱਪ ਛੱਡਿਆ।
ਸੋ ਉਹ ਬੰਦਾ ਮਰ ਗਿਆ। ਪਰ ਉਹ ਜਿਹੜਾ ਸੱਪ ਛੱਡਿਆ ਸੀ ਉਹ ਜ਼ਹਿਰ ਵਾਲਾ ਸੀਗਾ ਹੀ ਨਹੀਂ। ਉਹਨੂੰ ਜੇਲ੍ਹ ਦੇ ਅਧਿਕਾਰੀਆਂ ਨੇ ਬਾਅਦ 'ਚ ਆਪਣੇ ਗਲੇ 'ਚ ਪਾਇਆ, ਉਹ ਸਾਰਿਆਂ ਨੂੰ ਆਪਣੀ ਜੀਭ ਨਾਲ ਚੱਟਦਾ ਰਿਹਾ, ਉਹ 'ਚ ਕੋਈ ਜ਼ਹਿਰ ਨਹੀਂ ਸੀਗਾ। ਪਰ ਕਿਉਂਕਿ ਉਹ ਜਿਹੜਾ ਕੈਦੀ ਸੀ ਉਹਦੇ ਮਾਈਂਡ ਵਿੱਚ ਇਹ ਪੈ ਗਿਆ ਸੀ ਵੀ ਇਹਨੂੰ ਸੱਪ ਦੇ ਜ਼ਹਿਰ ਨਾਲ ਇਹਨੂੰ ਮਾਰ ਦਿੱਤਾ ਜਾਵੇ, ਤਾਂ ਉਹ ਮਤਲਬ ਸੱਪ ਨੂੰ ਦੇਖ ਕੇ ਹੀ ਉਹ ਮਰ ਗਿਆ ਉੱਥੇ ਹੀ। ਸੋ ਇਹ ਹੁਣ ਰਿਸਰਚਰਸ ਕਹਿ ਰਹੀਆਂ ਨੇ ਸਾਡੀ ਬਚਪਨ ਤੋਂ ਵੀ ਬਹੁਤ ਜ਼ਿਆਦਾ ਕੰਡੀਸ਼ਨਿੰਗ ਜਿਹੜੀ ਹੋ ਚੁੱਕੀ ਹੁੰਦੀ ਹੈ। ਸੋ ਉਹਦੇ ਲਈ ਖਾਸ ਧਿਆਨ ਰੱਖਿਆ ਜਾਵੇ ਕਿ ਆਪਣੇ ਬੱਚਿਆਂ ਨੂੰ ਅਸੀਂ ਕੀ ਕਹਿੰਦੇ ਨੇ ਆ, ਹੈਨਾ, ਉਹ ਹਊ, ਉਹ ਭੂਤ ਆ, ਉਹ ਇਦਾਂ ਦੀਆਂ ਚੀਜ਼ਾਂ, ਉਹ ਡਰ ਬੈਠ ਜਾਂਦਾ, ਜੀਵਨ ਪਾਰੋਂ ਨਿਕਲ ਹੀ ਨਹੀਂ ਪਾਉਂਦਾ, ਬੰਦਾ ਵੱਡਾ ਹੋ ਕੇ ਵੀ ਨਹੀਂ ਨਿਕਲ ਪਾਉਂਦਾ ਉਸ ਤੋਂ ਬਾਅਦ। ਕਿੰਨੇ ਵਹਿਮ ਅਸੀਂ ਪਾਲੇ ਹੋਏ ਨੇ। ਆ ਬਿੱਲੀ ਨੇ ਰਸਤਾ ਕੱਟ ਦਿੱਤਾ, ਇੱਧਰ ਦੇਖੋ ਨਾ ਗੋਰੇ ਕਿਵੇਂ ਬਿੱਲੀਆਂ ਨੂੰ ਚੁੰਮਦੇ ਚੱਟਦੇ ਆ, ਬੰਦਿਆਂ ਤੋਂ ਵੱਧ ਕਰਦੇ ਫਿਰਦੇ ਨੇ। ਇਹਨਾਂ ਦਾ ਤਾਂ ਬਿੱਲੀ ਕੋਈ ਨੁਕਸਾਨ ਨਹੀਂ ਕਰਦੀ। ਐਕਚੁਅਲੀ ਕੀ ਹੋਇਆ ਹੋਣਾ, ਮੇਰਾ ਆਪਣਾ ਵਿਸ਼ਵਾਸ ਆ ਕਿ ਲੋਕਾਂ ਦੇ ਇੰਡੀਆ ਦੇ ਵਿੱਚ ਘਰ ਖੁੱਲੇ ਹੁੰਦੇ ਸਨ ਨਾ, ਪਹਿਲਾਂ ਸ਼ੁਰੂ ਤੋਂ ਹੀ ਗੱਲ ਆ। ਤਾਂ ਕਿਸੇ ਨੇ ਦੁੱਧ ਢੱਕ ਕੇ ਰੱਖਿਆ ਹੋਣਾ, ਬਿੱਲੀ ਆਈ, ਉਹਨੇ ਦੁੱਧ ਪੀ ਗਈ, ਤਾਂ ਉਹ ਕਹਿੰਦੇ ਹੋਣੇ ਲੈ ਬਿੱਲੀ ਲੰਘ ਕੇ ਗਈ ਆ, ਹੁਣ ਅਗਲੀ ਵਾਰ ਧਿਆਨ ਰੱਖਿਓ, ਹੁਣ ਨੁਕਸਾਨ ਹੋਊਗਾ ਕੋਈ। ਸੋ ਉਹ ਹੁਣ ਅਸੀਂ ਏਦਾਂ ਦੇ ਬਣਾ ਲਏ ਸਾਰੀਆਂ ਗੱਲਾਂ, ਮਾਈਂਡ ਸੈਟ ਲੋਕਾਂ ਨੇ ਕਰ ਲਿਆ। ਸੋ ਆਪਣੇ ਵਿਸ਼ਵਾਸ ਬਦਲੀਏ। ਉਹ ਛਿੱਕ ਮਾਰੀ ਨੁਕਸਾਨ ਹੋ ਜਾਊਗਾ, ਉਹ ਨਹੀਂ, ਛਿੱਕ ਮਾਰੀ ਤੇ ਕਹਿੰਦੇ ਹੁੰਦੇ ਸੀ ਬਹਿ ਜਾਓ। ਮਤਲਬ ਕਿ ਚੈੱਕ ਕਰੋ ਕਿਤੇ ਬਿਮਾਰ ਤੇ ਨਹੀਂ, ਤੁਹਾਨੂੰ ਫਲੂ ਤੇ ਨਹੀਂ ਹੋਇਆ ਵੀ ਨਾ ਤੁਸੀਂ ਸਫਰ ਕਰੋ। ਪਰਪਸ ਤਾਂ ਉਹਦੇ ਪਿੱਛੇ ਪੋਜ਼ਿਟਿਵ ਹੁੰਦਾ ਸੀ, ਪਰ ਅਸੀਂ ਪਤਾ ਨਹੀਂ ਕੀ ਕੰਡੀਸ਼ਨਿੰਗ ਬਣਾ ਕੇ ਕਿੱਦਾਂ ਨੈਗੇਟਿਵਿਟੀ ਆਪਣੇ ਮਨਾਂ ਵਿੱਚ ਅਸੀਂ ਪਾਲ ਲਈ। ਇਹ ਚੀਜ਼ਾਂ ਦਾ ਅਸੀਂ ਸਾਰੇ ਜਣ ਧਿਆਨ ਰੱਖ, ਬਹੁਤ ਐਗਜ਼ਾਮਪਲਸ ਨੇ ਸੰਗਤ ਜੀ। ਸੋ ਇੱਕ ਹੈਗਾ ਆ ਨੋਸੀਬੋ ਇਫੈਕਟ, ਇਹ ਹੋ ਗਿਆ ਪਲੇਸਿਬੋ ਇਫੈਕਟ। ਇੱਕ ਹੈਗਾ ਨਾ ਵਾਲਾ, ਇਹ ਤਾਂ ਕਹਿੰਦੇ ਬਿਲਕੁਲ ਹੀ ਨਾ ਤੁਸੀਂ ਆਪਣੇ ਅੰਦਰ ਆਣ ਦਿਓ, ਹੈ ਨੰਨਾ ਨਾ ਆਪਣੇ ਕੋਲ ਤੁਸੀਂ ਆਣ ਦਿਓ। ਇਹ ਕਿਵੇਂ ਕੰਮ ਕਰਦਾ, ਮਤਲਬ ਤੁਸੀਂ ਕਿਸੇ ਨੂੰ ਕੋਈ ਬਿਮਾਰ ਹੋਇਆ ਉਹਨੂੰ ਦੇਖਣ ਗਏ ਤੇ ਤੁਸੀਂ ਕਿਹਾ ਇਹ ਕਿੰਨਾ ਕਮਜ਼ੋਰ ਹੋ ਗਿਆ, ਤੇਰਾ ਰੰਗ ਕਿੰਨਾ ਪੀਲਾ ਪੈ ਗਿਆ, ਉਸੇ ਵਕਤ ਅੰਦਰ ਉਹ ਵੀਕਨੈਸ ਉਹਦੇ ਆਣੀ ਸ਼ੁਰੂ ਹੋ ਜਾਏਗੀ, ਉਹਦਾ ਰੰਗ ਹੀ ਬਦਲਣ ਲੱਗ ਜਾਏਗਾ। ਤੁਸੀਂ ਵੀ ਦੇਖ ਲਓ, ਤੁਹਾਨੂੰ ਕੋਈ ਕਹਿੰਦਾ ਤੈਨੂੰ ਕੀ ਹੋ ਗਿਆ, ਤੂੰ ਕਿੱਦਾਂ ਦੀ ਹੋ ਗਈ, ਤੁਸੀਂ ਸ਼ੀਸ਼ੇ ਮੂਹਰੇ ਜਾ ਕੇ ਆਪਣਾ ਦੇਖੀ ਜਾਣਾ ਵੀ ਵਾਕਈ ਮੈਂ ਇਦਾਂ ਦੀ ਹੋ ਗਈ। ਸੋ ਤੇ ਉਹ ਮਾੜੀਆਂ ਗੱਲਾਂ ਨਾ ਬੋਲਿਆ ਕਰੋ ਆਪਣੇ ਆਪ ਨੂੰ ਵੀ ਔਰ ਕਿਸੇ ਨੂੰ ਵੀ। ਸੋ ਅਗਰ ਕਿਸੇ ਦਾ ਹਾਲ ਚਾਲ ਪੁੱਛਣ ਜਾਂਦੇ ਹੋ, ਉਹਨੂੰ ਚੜ੍ਹਦੀਆਂ ਕਲਾਂ ਵਾਲੇ ਬਚਨ ਬੋਲਿਆ ਕਰੋ, ਉਹਨੂੰ ਪੋਜ਼ਿਟਿਵ ਬੋਲਿਆ ਕਰੋ, ਉੱਥੇ ਥੋੜੀ ਜਿਹੀ ਨਾਮ ਜਪੇ, ਬੰਦਗੀ ਕਰਿਆ, ਤਾਂ ਕਿ ਉਹਨੂੰ ਕਹ ਨਾਮ ਦੀ ਤਾਂ ਇੰਨੀ ਤਾਕਤ ਹੈ, ਤਾਂ ਉਹਨੂੰ ਇਦਾਂ ਦੀਆਂ ਗੱਲਾਂ ਦੱਸੋ ਵੀ ਇਦਾਂ ਲੋਕ ਠੀਕ ਹੋਏ, ਇਦਾਂ ਠੀਕ ਹੋਏ, ਤਾਂ ਕਿ ਉਹ ਛੇਤੀ ਤੋਂ ਛੇਤੀ ਹੀਲ ਹੋ ਜਾਵੇ। ਔਰ ਤੁਹਾਡੇ ਤੁਸੀਂ ਵੀ ਸੁਣ ਰਹੇ ਹੋ ਨਾ ਨਾਲ ਹੀ, ਕਿਸੇ ਨੂੰ ਮਾੜੀ ਗੱਲ ਕਹਿੰਦੇ ਹੋ, ਤੁਸੀਂ ਵੀ ਸੁਣ ਰਹੇ ਹੋ, ਤੁਸੀਂ ਵੀ ਇੱਕ ਹੋ ਰਹੇ ਹੋ, ਤੁਸੀਂ ਵੀ ਪੀਲੇ ਪੈ ਰਹੇ ਹੋ, ਕਿਸੇ ਨੂੰ ਚੰਗਾ ਕਹਿ ਰਹੇ ਹੋ, ਤੁਸੀਂ ਵੀ ਚੰਗੇ ਹੋ ਰਹੇ ਹੋ। ਸੋ ਇਸ ਕਰਕੇ ਜਿਹੜੇ ਮਹਾਂਪੁਰਖ ਲੋਕ ਸਨ, ਸਿਆਣੇ ਪੁਰਾਤਨ, ਵੈਸੇ ਹੀ ਸਾਡੇ ਬਜ਼ੁਰਗ ਲੋਕ, ਉਹ ਕਹਿੰਦੇ ਸਨ ਵੀ ਸੋਚ ਕੇ ਬੋਲੋ, ਤੋਲ ਮੋਲ ਕੇ ਬੋਲੋ। ਸੋ ਇਹੀ ਹੁੰਦਾ ਸੀ, ਤੋਲ ਮੋਲ ਕੇ ਬੋਲੋ, ਮਾੜਾ ਸ਼ਬਦ ਹੀ ਨਹੀਂ ਬੋਲਣਾ। ਪੁਰਾਤਨ ਲੋਕ ਆਪਣੇ ਕਦੇ ਵੀ ਨਹੀਂ ਸੀ ਮਾੜਾ ਸ਼ਬਦ ਬੋਲਦੇ, ਹਮੇਸ਼ਾ ਹੀ ਅੱਛੇ ਬੋਲ ਬੋਲਣੇ, ਚੜ੍ਹਦੀਆਂ ਕਲਾ ਵਾਲੇ ਬੋਲ ਬੋਲਣੇ। ਸੋ ਅਸੀਂ ਕਿੰਨਾ ਆਪਣੇ ਨੈਗੇਟਿਵ ਸ਼ਬਦ ਬੋਲ ਦਿੰਦੇ ਹਾਂ, ਉਹ ਅਸਰ ਹੁੰਦਾ ਸਾਡੇ ਪੂਰੇ ਸਾਡੇ ਜੀਵਨ ਦੇ ਉੱਤੇ। ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹੀ ਸਾਡਾ ਜੀਵਨ ਬਣੀ ਜਾ ਰਿਹਾ। ਅੱਜ ਵੀ ਜੋ ਅਸੀਂ ਪ੍ਰੈਜ਼ੈਂਟ ਵਿੱਚ ਹਾਂ, ਇਹ ਸਾਡੀ ਹੀ ਸੋਚ, ਸਾਡੇ ਹੀ ਬੋਲਾਂ ਦਾ ਰਿਜ਼ਲਟ ਹੈ, ਜਿੱਥੇ ਵੀ ਅਸੀਂ ਖੜੇ ਹਾਂ, ਮੈਂਟਲ ਲੈਵਲ ਤੇ, ਫਿਜ਼ੀਕਲ ਲੈਵਲ ਤੇ, ਰਿਲੇਸ਼ਨਸ ਦੇ ਲੈਵਲ ਤੇ, ਜਾਂ ਸੋਸ਼ਲੀ ਅਸੀਂ ਜਿੱਥੇ ਖੜੇ ਹਾਂ, ਫਾਈਨੈਂਸ਼ੀਅਲ ਲੈਵਲ ਤੇ, ਸਪਿਰਿਚੁਅਲ ਲੈਵਲ ਤੇ, ਇਹ ਸਾਡੀ ਹੀ ਪਿੱਛੇ ਸੋਚ, ਸਾਡੇ ਹੀ ਬੋਲ। ਤਾਂ ਕਿੱਦਾਂ ਦਾ ਅਸੀਂ ਚਾਹੁੰਦੇ ਸਾਡਾ ਜੀਵਨ, ਹੁਣ ਉੱਦਾਂ ਦੀ ਸੋਚ, ਉੱਦਾਂ ਦੇ ਬੋਲ, ਉੱਦਾਂ ਦੀ ਅਫਰਮੇਸ਼ਨਸ, ਉੱਦਾਂ ਦੀ ਇਹ ਵਿਜ਼ੂਅਲਾਈਜੇਸ਼ਨ, ਔਰ ਉੱਦਾਂ ਦਾ ਬਿਲੀਫ ਆਪਣੇ ਅੰਦਰ ਰੱਖਣਾ। ਸੋ ਇਹ ਜਿਹੜਾ ਵਿਸ਼ਵਾਸ ਦੀ ਹੈ, ਇਹ ਤਾਂ ਸਿੱਖ ਇਤਿਹਾਸ ਦਾ ਭਰਿਆ ਪਿਆ ਸੰਗਤ ਜੀ, ਭਰਿਆ ਪਿਆ। ਗੁਰੂ ਦੇ ਉੱਤੇ ਵਿਸ਼ਵਾਸ ਕਰਕੇ ਬੰਦ ਕਟਾ ਲਏ, ਖੋਪੜੀਆਂ ਲਹਾ ਲਈਆਂ, ਤਾਨਾਰਿਆਂ ਨਾਲ ਚਰਾ ਲਏ, ਉਹ ਵਿਸ਼ਵਾਸ ਦੀਆਂ ਹੀ ਖੇਡਾਂ ਨੇ। ਅਗਰ ਆਪਾਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀ ਲਈਏ ਗੱਲ, ਸੋ ਜਦੋਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਸਿੱਖ, ਇਹ ਜਿਹੜੇ ਪਹਾੜੀਆਂ ਨੇ ਗੁਰੂ ਮਹਾਰਾਜ ਦੇ ਉੱਤੇ ਅਟੈਕ ਕਰਨਾ ਚਾਹੁੰਦੇ ਸਨ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਈਏ ਅਸੀਂ।
ਸਾਡਾ ਹੀ ਰਾਜ ਚੱਲੇ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਰਿਆਂ ਨੂੰ ਹੀ ਇੱਕੋ ਰੂਪ ਬਣਾਈ ਜਾ ਰਹੇ ਨੇ, ਜਿਨ੍ਹਾਂ ਨੂੰ ਨੀਵੀਂ ਜਾਤੀਆਂ ਦੇ ਆਖਦੇ ਨੇ ਉਹਨਾਂ ਨੂੰ ਗਲੇ ਲਗਾ ਰਹੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਸਭ ਨੂੰ ਛਕਾ ਕੇ ਇੱਕੋ ਰੂਪ ਦੇ ਰਹੇ ਨੇ। ਤਾਂ ਇਹ ਇਹਨਾਂ ਦੀ ਈਗੋ ਜਿਹੜੀ ਹਰਟ ਹੋ ਰਹੀ ਸੀ, ਹੰਕਾਰ ਇਹਨਾਂ ਦਾ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਬਣੇ ਫਿਰਦੇ ਸਨ। ਸੋ ਗੁਰੂ ਮਹਾਰਾਜ ਜੀ ਦੀ ਇੰਟੈਲੀਜੈਂਸ ਜਿਹੜੀ ਸਿੱਖ ਸਨ, ਉਹਨਾਂ ਨੇ ਦੱਸਿਆ ਕਿ ਮਹਾਰਾਜ ਜੀ ਵੀ ਉਹਨਾਂ ਦੀ ਸਕੀਮ ਆ ਵੀ ਕੱਲ ਨੂੰ ਨਾ ਹਾਥੀ ਜਿਹੜਾ ਹੈ ਉਹਨੂੰ ਸ਼ਰਾਬ ਪਿਲਾ ਕੇ ਲੈ ਕੇ ਆਉਣਗੇ, ਮਸਤ ਕਰਕੇ ਉਹਦੇ ਮੱਥੇ ਦੇ ਉੱਤੇ ਲੋਹੇ ਦੀਆਂ 7 ਤਵੀਆਂ ਬੰਨਣਗੇ। ਉਹ ਫਿਰ ਲੋਹਗੜ੍ਹ ਦੇ ਕਿਲ੍ਹੇ ਵਿੱਚ ਹਾਥੀ ਸ਼ਰਾਬ ਪੀਤਾ ਨਾ, ਉਹ ਮਾਰੇਗਾ ਤੇ ਸਾਡਾ ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਆਣ ਕੇ ਸਾਡੇ ਤੇ ਅਟੈਕ ਕਰਨਗੇ। ਸਿੱਖ ਉਹ ਫਿਕਰ ਜ਼ਾਹਰ ਕਰ ਰਹੇ ਨੇ ਵੀ ਇਸ ਤਰ੍ਹਾਂ ਉਹਨਾਂ ਦੀ ਸਕੀਮ ਹੈ। ਤੇ ਗੁਰੂ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਅਗਰ ਉਹ ਹਾਥੀ ਲੈ ਕੇ ਆਣਗੇ ਤਾਂ ਸਾਡਾ ਵੀ ਹਾਥੀ ਜਿਹੜਾ ਮੁਕਾਬਲਾ ਕਰੇਗਾ। ਸੋ ਮਹਾਰਾਜ ਜੀ ਸਾਡਾ ਕਿਹੜਾ ਹਾਥੀ ਮੁਕਾਬਲਾ ਕਰੇਗਾ, ਸਾਡੇ ਕੋਲ ਤਾਂ ਹਾਥੀ ਕੋਈ ਹੈ ਨਹੀਂ, ਕਿਹੜਾ ਮੁਕਾਬਲਾ ਕਰੇਗਾ। ਤਾਂ ਗੁਰੂ ਮਹਾਰਾਜ ਨੇ ਸਿੱਖਾਂ ਵਿੱਚ ਦੁਨੀ ਚੰਦ ਇੱਕ ਸਿੱਖ ਬੈਠਾ ਸੀ, ਜਿਹਨੂੰ ਮਹਾਰਾਜ ਨੇ ਬੜੇ ਪਾਲਿਆ ਸੀ, ਮੋਟਾ ਲੰਬਾ ਤਕੜਾ, ਖੂਬ ਉਹਨੂੰ ਘਿਓ ਖਿਲਾਇਆ ਜਾਂਦਾ ਸੀ, ਅੱਛੀ ਡਾਇਟ ਉਹਨੂੰ ਦਿੱਤੀ ਜਾਂਦੀ ਸੀ। ਮਹਾਰਾਜ ਨੇ ਕਿਹਾ ਆਹ ਸਾਡਾ ਸਾਥ ਹਾਥੀ, ਉਹ ਸਾਥੀ ਦੇ ਨਾਲ ਇਹ ਹਾਥੀ ਮੁਕਾਬਲਾ ਕਰੇਗਾ। ਗੁਰੂ ਮਹਾਰਾਜ ਦੇ ਬਚਨ ਕਰਕੇ ਆਪਣੇ ਹੋਰ ਪਾਸੇ ਚਲ ਗਏ ਤਾਂ ਉੱਥੇ ਸਿੱਖ ਆਪਸ ਦੇ ਵਿੱਚ ਨੇ। ਇਹ ਹੁਣ ਜਿਹੜਾ ਦੁਨੀ ਚੰਦ ਸੀ ਇਹਨੂੰ ਵਿਸ਼ਵਾਸ ਨਹੀਂ ਸੀ ਸਿੱਖ ਨੂੰ। ਇਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਕਹਿ ਰਿਹਾ ਕਿ ਭਾਈ ਸਾਹਿਬ ਜੀ ਗੁਰੂ ਸਾਹਿਬ ਨੂੰ ਬੇਨਤੀ ਕਰੋ ਵੀ ਮੈਂ ਜੰਗੇ ਮੈਦਾਨ ਵਿੱਚ ਬੰਦਾ ਬੰਦੇ ਨਾਲ ਤਾਂ ਮੁਕਾਬਲਾ ਕਰ ਲੈਗਾ, ਮੈਂ ਹਾਥੀ ਦੇ ਨਾਲ ਕਿਵੇਂ, ਉਹ ਵੀ ਜਿਹੜਾ ਸ਼ਰਾਬੀ ਜਿਹਨੇ 7 ਤਵੀਆਂ ਬੰਨੀਆਂ ਹੋਈਆਂ, ਉਹਦਾ ਕਿਵੇਂ ਮੈਂ ਮੁਕਾਬਲਾ ਕਰਾਂਗਾ, ਕਿਉਂਕਿ ਵਿਸ਼ਵਾਸ ਨਹੀਂ ਸੀ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਕਿਹਾ ਵੀ ਤੂੰ ਥੋੜੀ ਲੜਨਾ, ਉਹ ਤਾਂ ਗੁਰੂ ਦੇ ਬਚਨ ਨਹੀਂ, ਤੈਨੂੰ ਤਾਂ ਸਿਰਫ ਖੇਡ ਖੇਡਣ ਲਈ ਚੁਣਿਆ, ਪਿੱਛੇ ਤਾਂ ਗੁਰੂ ਦੇ ਬਚਨ ਦੀ ਸ਼ਕਤੀ ਨੇ ਕੰਮ ਕਰਨਾ। ਲੇਕਿਨ ਦੁਨੀ ਚੰਦ ਡਰ ਗਿਆ, ਇਹ ਰਾਤੋਂ ਰਾਤ ਕੁਝ ਸਾਥੀਆਂ ਨੂੰ ਲੈ ਕੇ ਦੌੜ ਗਿਆ, ਇਹਦੀ ਲੱਤ ਵੀ ਟੁੱਟੀ, ਚਲੋ ਅਲੱਗ ਇਤਿਹਾਸ ਹੈ। ਸੋ ਅਗਲੇ ਦਿਨ ਹੁਣ ਉਹ ਹਾਥੀ ਉਹ ਲੈ ਕੇ ਆ ਗਏ ਪਹਾੜੀਏ ਜਿਹੜੇ ਨੇ, ਸ਼ਰਾਬ ਪਿਲਾ ਕੇ ਤਾਂ ਖੂਬ ਲੌ ਲਸ਼ਕਰ ਲੈ ਕੇ। ਔਰ ਗੁਰੂ ਸਾਹਿਬ ਦੇ ਸਿੱਖਾਂ ਦਾ ਮਨੋਬਲ ਦੇਖੋ, ਇਹ ਗੁਰੂ ਸਾਡੇ ਪਾਸ ਹੈ, ਗੁਰੂ ਸਾਹਿਬ ਨਾਲ ਬੜੇ ਆਰਾਮ ਨਾਲ ਕਹਿ ਰਹੇ ਨੇ, ਮਹਾਰਾਜ ਜੀ ਮੁਸਕਰਾ ਕੇ ਸਿੱਖ ਕਹਿ ਰਹੇ ਨੇ ਉਹ ਤਾਂ ਹਾਥੀ ਲੈ, ਮਹਾਰਾਜ ਜੀ ਤੁਹਾਡਾ ਹਾਥੀ ਤਾਂ ਭੱਜ ਗਿਆ ਦੁਨੀ ਚੰਦ। ਗੁਰੂ ਮਹਾਰਾਜ ਨੇ ਕੋਈ ਗੱਲ ਨਹੀਂ, ਸਾਡਾ ਹਾਥੀ ਭੱਜ ਗਿਆ ਨਾ, ਹੁਣ ਸਾਡਾ ਬੱਬਰ ਸ਼ੇਰ ਮੁਕਾਬਲਾ ਕਰੇਗਾ। ਹੁਣ ਸਿੱਖ ਹੋਰ ਹੈਰਾਨ ਵੀ ਬੱਬਰ ਸ਼ੇਰ ਕੌਣ। ਤਾਂ ਉੱਥੇ ਗੁਰੂ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਵੱਲ ਨੂੰ ਇਸ਼ਾਰਾ ਕਰ ਦਿੱਤਾ। ਔਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਉਹਨਾਂ ਦਾ 5.25 ਫੁੱਟ ਕੱਦ, ਦੁਬਲਾ ਪਤਲਾ ਸਰੀਰ, ਉਹਨਾਂ ਦੇ ਰਿਬਸ ਵੀ ਨਜ਼ਰ ਆਉਂਦੀਆਂ ਸਨ, ਇੰਨੇ ਪਤਲੇ ਸਨ, ਹਾਈਟ ਵੀ ਛੋਟੀ ਔਰ ਪਤਲੇ। ਮਹਾਰਾਜ ਕਹਿੰਦੇ ਇਹ ਸਾਡਾ ਬੱਬਰ ਸ਼ੇਰ ਮੁਕਾਬਲਾ ਕਰੇਗਾ। ਜਦੋਂ ਮਹਾਰਾਜ ਨੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ ਕਿਹਾ ਬੱਬਰ ਸ਼ੇਰ ਮੁਕਾਬਲਾ ਕਰੇਗਾ, ਬੱਬਰ ਸ਼ੇਰ ਜੀ 2 ਹੱਥ ਜੋੜ ਕੇ ਹੱਥ ਕੇ ਖੜ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ, ਤੁਹਾਡਾ ਸਾਡੇ ਉੱਤੇ ਥਾਪੜਾ ਹੋਵੇ, ਆ ਇੱਕ ਹਾਥੀ ਕੀ ਪਹਾੜੀਆਂ ਦਾ, ਤੁਹਾਡਾ ਥਾਪੜਾ ਹੋਵੇ, ਤੁਹਾਡੀਆਂ ਅਸੀਸਾਂ ਹੋਣ ਸਾਡੇ ਉੱਤੇ, ਮੈਂ ਤਾਂ ਇੰਦਰ ਦੇ ਐਰਾਵਤ ਹਾਥੀ ਨੂੰ 100 ਗੇੜੀਆਂ ਆਸਮਾਨ ਦੇ ਵਿੱਚ ਦੇ ਦੇਵਾਂਗਾ। ਸੋ ਇੰਦਰ ਦਾ ਐਰਾਵਤ ਹਾਥੀ ਬਾਰੇ ਗ੍ਰੰਥਾਂ ਵਿੱਚ ਲਿਖਿਆ ਹੈ, ਉਹਦੇ ਵਿੱਚ 1000 ਹਾਥੀਆਂ ਜਿੰਨਾ ਬਲ। ਉਹ ਪਤਲੇ ਸਰੀਰ ਵਾਲੇ ਕਹਿ ਰਹੇ ਨੇ ਵੀ ਗੁਰੂ ਦਾ ਆਸ਼ੀਰਵਾਦ ਹੈ ਤਾਂ 1000 ਹਾਥੀਆਂ ਦੇ ਬਲ ਵਾਲੇ ਨੂੰ ਮੈਂ 100 ਗੇੜੀਆਂ ਹਵਾ ਦੇ ਵਿੱਚ ਆਸਮਾਨ ਵਿੱਚ ਦੇ ਦੇਵਾਂਗਾ। ਸੋ ਫਿਰ ਪਹਾੜੀਏ ਆ ਰਹੇ ਨੇ, ਹੁਣ ਹਮਾਰੇ ਦੇ ਚਰਨਾਂ 'ਚ ਮੱਥਾ ਟੇਕਿਆ, ਗੁਰੂ ਮਹਾਰਾਜ ਨੇ ਅਸੀਸਾਂ ਦਿੱਤੀਆਂ, ਥਾਪੜਾ ਦਿੱਤਾ ਔਰ ਆਪਣੀ ਨਾਗਨੀ ਵਰਸ਼ੀ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ ਪਕੜਾਈ। ਸੋ ਆਪ ਜੀ ਅਨੰਦਪੁਰ ਸਾਹਿਬ ਜਾਂਦੇ ਹੋਵੋਗੇ, ਜ਼ਰੂਰ ਦਰਸ਼ਨ ਕਰਦੇ ਹੋਵੋਗੇ ਉਸ ਨਾਗਨੀ ਵਰਸ਼ੀ ਦੇ, ਇਤਿਹਾਸ ਉੱਥੇ ਲਿਖਿਆ ਪਿਆ। ਉਹ ਨਾਗਨੀ ਵਰਸ਼ੀ ਫੜਾਈ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ, ਭਾਈ ਸਾਹਿਬ ਜੀ ਘੋੜੇ ਦੇ ਉੱਤੇ ਸਵਾਰ ਹੋ ਗਏ, ਇੰਤਜ਼ਾਰ ਨਹੀਂ ਕੀਤੀ ਵੀ ਹਾਥੀ ਦਰਵਾਜ਼ਾ ਤੋੜੇਗਾ ਤਾਂ ਲੋਹਗੜ੍ਹ ਦਾ ਕਿਲ੍ਹੇ ਦਾ। ਭਾਈ ਸਾਹਿਬ ਨੇ ਕਿਹਾ ਖੋਲ ਦਿੱਤਾ ਜਾਵੇ ਇਹ ਦਰਵਾਜ਼ਾ, ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਭਾਈ ਸਾਹਿਬ ਜੀ ਘੋੜੇ ਦੇ ਉੱਤੇ ਸਵਾਰ ਹੋ ਕੇ ਸ਼ੂ ਹੋ ਕੇ ਦਗੜ ਦਗੜ ਕਰਦੇ ਘੋੜੇ ਨੂੰ ਲੈ ਕੇ ਜਾ ਰਹੇ ਨੇ, ਔਰ ਹਾਥੀ ਦੇ ਕੋਲ ਪਹੁੰਚ ਕੇ ਹਵਾ ਵਿੱਚ ਘੋੜੇ ਨੂੰ ਉਛਾਲਿਆ, ਔਰ ਫਿਰ ਸਤਿਗੁਰਾਂ ਦੀ ਦਿੱਤੀ ਹੋਈ ਨਾਗਨੀ ਵਰਸ਼ੀ ਇਹੋ ਜਿਹੀ ਉਸ ਹਾਥੀ ਦੇ ਮਸਤਕ ਵਿੱਚ ਮਾਰੀ, 7 ਲੋਹੇ ਦੀਆਂ ਤਵੀਆਂ ਚੀਰਦੀ ਹੋਈ ਉਹਦਾ ਮੱਥਾ ਚੀਰ ਗਈ। ਔਰ ਜਿਉਂ ਭਾਈ ਸਾਹਿਬ ਜੀ ਨੇ ਨਾਗਨੀ ਵਰਸ਼ੀ ਖਿੱਚੀ
ਤਾਂ ਉਹ ਹਾਥੀ ਫਿਰ, ਕਿਉਂਕਿ ਹੁਣ ਉਹਨੂੰ ਪੇਨ ਸੀ, ਉਹਦੇ ਇਹਦਾ ਜ਼ਖਮ ਸੀ ਐਡਾ, ਉਹ ਫਿਰ ਅੱਗੇ ਨੂੰ ਵਧਣ ਦੀ ਬਜਾਏ ਉਹ ਪਿੱਛੇ ਨੂੰ ਜਿਹੜਾ ਚੀਕਦਾ ਹੋਇਆ ਆਪਣੀ ਹੀ ਫੌਜਾਂ ਨੂੰ ਜਿਹੜਾ ਲਤਾੜਨਾ ਉਹਨੇ ਸ਼ੁਰੂ ਕਰ ਦਿੱਤਾ। ਫਤਿਹ ਸਿੱਖਾਂ ਦੀ ਹੋਈ, ਫਤਿਹ ਇਸ ਭਰੋਸੇ ਦੀ ਹੋਈ ਜਿਹੜੀ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਸੀਸ ਦੇ ਉੱਤੇ ਭਰੋਸਾ ਕੀਤਾ। ਇਤਿਹਾਸ ਗਵਾਹੀਆਂ ਦਿੰਦਾ ਹੈ। ਸਾਡੀ ਤਾਂ ਅਰਦਾਸ ਹੀ ਉਹਨਾਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੇ ਗੁਰੂ ਦੇ ਉੱਤੇ ਵਿਸ਼ਵਾਸ ਕੀਤਾ। ਸਾਡਾ ਤਾਂ ਬੜਾ ਇੱਕ ਗੌਰਵਮਈ ਵਿਰਸਾ ਸਾਡੇ ਕੋਲ, ਇਤਿਹਾਸ ਸਾਡੇ ਤਾਂ DNA ਦੇ ਵਿੱਚ ਹੈ, ਸਾਡੀਆਂ ਤਾਂ ਜੀਨਸ ਹੀ ਇਹੋ ਜਿਹੀਆਂ ਨੇ, ਸਾਡੇ ਤਾਂ ਬਲੱਡ ਦੇ ਵਿੱਚ ਹੈ ਇਹ ਚੀਜ਼ਾਂ। ਸੋ ਇਹ ਆਪਣਾ ਇਤਿਹਾਸ ਨਾਲ ਜੁੜਿਆ ਕਰੀਏ, ਬੱਚਿਆਂ ਨੂੰ ਇਹ ਸੁਣਾਈਆ ਕਰੀਏ ਗੱਲਾਂ, ਆਪਣੇ ਮਨ ਨੂੰ ਵੀ ਇਹ ਸੁਣਾਈਆ ਕਰੀਏ, ਸਾਡਾ ਵੀ ਵਿਸ਼ਵਾਸ ਏਦਾਂ ਹੀ ਗੁਰੂ ਤੇ ਬਣੇ, ਹੈ ਨਾ। ਜਿੱਥੇ ਸਾਡਾ ਗੁਰੂ ਹੈ ਤਾਂ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਬੋਲਿਆ ਕਰੋ ਇਦਾਂ ਦੀਆਂ ਅਫਰਮੇਸ਼ਨਸ ਬਾਣੀ ਦੀਆਂ ਆਪਣੇ ਆਪ ਨੂੰ, ਮੇਰਾ ਸਤਿਗੁਰ ਰਖਵਾਲਾ ਹੋਆ, ਮੇਰਾ ਸਤਿਗੁਰ ਰਖਵਾਲਾ ਹੈ। ਜਿੰਨਾ ਜਿੰਨਾ ਗੁਰੂ ਨਾਲ ਜੁੜੀ ਜਾਓਗੇ, ਵਿਸ਼ਵਾਸ ਦੀਆਂ ਪੰਕਤੀਆਂ ਬੋਲੀ ਜਾਓਗੇ, ਤਾਂ ਉਨਾ ਹੀ ਉਨਾ ਉਹੀ ਚੀਜ਼ ਤੁਸੀਂ ਅਟਰੈਕਟ ਆਪਣੇ ਜੀਵਨ ਵਿੱਚ ਕਰੀ ਜਾਓਗੇ। ਰੱਖਿਆ ਚਾਹੀਦੀ ਹੈ ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜੰਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ मेरो ਸੁਖ ਦਾਤਾ, ਬੰਧਨ ਕਾਟ करे मन निर्मल, पूरन पुरख विदाता, नानक प्रभ अविनाशी, ताकि सेव न बिरथी जासी, आनंद करे तेरे दासा, जप पूरन होई आसा। ਨਾਮ ਦੀਆਂ ਵਰਕਤਾਂ, ਨਾਮ ਜਪ ਕੇ ਜੋ ਤੁਸੀਂ ਚਾਹੋ, ਹੈ ਨਾ। ਸੋ ਤੁਸੀਂ ਸਾਰੀਆਂ ਹੀ ਵਰਕਤਾਂ ਨੇ ਨਾਮ ਦੇ ਵਿੱਚ, ਸਾਰੇ ਸਰਬ ਸੁੱਖ ਨੇ ਨਾਮ ਦੇ ਵਿੱਚ, ਸਾਰੀਆਂ ਬਖਸ਼ਿਸ਼ਾਂ ਨੇ। ਹਰ ਹਰ ਨਾਮ ਜਪੰਤਿਆਂ ਕਛੁ ਨਾ ਕਹੇ ਜਮ ਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੇ ਗੋਪਾਲ। ਕਹਿੰਦੇ ਮਨ ਤੇ ਤਨ ਵੀ ਸੁਖੀ ਹੋ ਜਾਂਦਾ, ਜਮਕਾਲ ਵੀ ਨਹੀਂ ਨੇੜੇ ਆ ਸਕਦਾ। ਹਰੀ ਦਾ ਨਾਮ ਜਪਦੇ ਆ, ਪਰਮਾਤਮਾ ਦਾ ਨਾਮ ਜਪਦੇ ਆ, ਪਰ ਨਾਲ ਇਹ ਆਪਣੇ ਆਪ ਨੂੰ ਭਰੋਸਾ ਦੇਈ ਜਾਣਾ, ਇਹ ਵਿਸ਼ਵਾਸ ਦੇਈ ਜਾਣਾ। ਬਾਣੀ ਦੀਆਂ ਪੰਕਤੀਆਂ ਸਾਨੂੰ ਐਂ ਕਾਇਮ ਕਰ ਦਿੰਦੀਆਂ, ਖੜੇ ਕਰ ਦਿੰਦੀਆਂ ਨੇ। ਬਸ ਸਾਰੀ ਨੈਗੇਟਿਵਿਟੀ ਦੂਰ, ਸਾਰੀਆਂ ਪਰੇਸ਼ਾਨੀਆਂ ਦੂਰ, ਫਿਰ ਉਹ ਚੜ੍ਹਦੀਆਂ ਕਲਾ ਵਾਲੀ ਸੋਚ, ਚੜ੍ਹਦੀਆਂ ਕਲਾ ਵਾਲਾ ਸਾਡਾ ਜੀਵਨ, ਸਾਡਾ ਰੋਮ ਰੋਮ, ਸਾਡਾ ਇੱਕ ਇੱਕ ਕਤਰਾ ਕਤਰਾ ਖਿਲ ਜਾਂਦਾ। ਨਾਲ ਹੀ ਭਾਵ ਜ਼ਰੂਰ ਰੱਖਣਾ ਹੈ, ਵਿਸ਼ਵਾਸ ਜ਼ਰੂਰ ਰੱਖਣਾ। ਸੋ ਕਿੰਨੀਆਂ ਸਾਖੀਆਂ, ਹੁਣ ਸਮਾਂ ਆਪਣਾ ਹੋ ਗਿਆ ਸੀ ਸੰਗਤ ਜੀ, ਦਿਲ ਤਾਂ ਕਰਦਾ ਵੀ ਇਤਿਹਾਸ ਦੀਆਂ ਸਾਖੀਆਂ ਅਸੀਂ ਹੁਣ ਸ਼ੇਅਰ ਕਰੀ ਜਾਈਏ, ਤਾਂ ਵਿਸ਼ਵਾਸ ਵਾਲਿਆਂ ਦੀਆਂ ਬਾਤਾਂ ਕਰੀ ਜਾਈਏ। ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹ ਖੇਡਾਂ ਹੀ ਹੋਰ ਸੀ, ਵਿਸ਼ਵਾਸ ਹੀ ਸੀ ਨਾ। ਬਾਬਾ ਦੀਪ ਸਿੰਘ ਜੀ ਨੇ ਜਿਹੜਾ ਪ੍ਰਣ ਕੀਤਾ ਸੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਉਹ ਰਾਮਦਾਸ ਜੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾਏ ਤੋਂ ਕਰਾਵਾਂਗੇ, ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਅਰਪਣ ਕਰਾਂਗੇ। ਤਾਂ 3 ਮੀਲ ਦੂਰ ਹੀ ਹਰਮੰਦਰ ਸਾਹਿਬ ਤੋਂ ਬਾਬਾ ਜੀ ਦੀ ਜਿਹੜੀ ਸ਼ਹੀਦੀ ਹੋ ਗਈ ਹੈ, ਲੇਕਿਨ ਜਿਹੜੀ ਅਰਦਾਸ ਕੀਤੀ ਹੋਈ ਸੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਹਰਮੰਦਰ ਸਾਹਿਬ ਜੀ ਨੂੰ ਵੀ ਆਜ਼ਾਦ ਕਰਾਵਾਂਗੇ, ਆਪਣਾ ਸੀਸ ਵੀ ਤੁਹਾਡੇ ਚਰਨਾਂ ਵਿੱਚ ਅਰਪਣ ਕਰਾਂਗੇ। ਜਦੋਂ ਬਾਬਾ ਜੀ ਦਾ ਸੀਸ ਗਿਰਿਆ, ਧੜ ਖੜਾ ਹੈ ਪਿੱਛੇ ਸਿੱਖ ਜਿਹੜਾ ਸਾਬੋ ਕੀ ਤਲਵੰਡੀ ਤੋਂ ਨਾਲ ਚੱਲੇ ਆ ਰਿਹਾ ਹੈ, ਉਹਨੇ ਕਿਹਾ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਤੇ ਸ਼ਹੀਦੀ ਤਾਂ ਇੱਥੇ ਹੀ ਪੈ ਗਈ, ਹਾਲੇ ਤਾਂ ਹਰਮੰਦਰ ਸਾਹਿਬ ਨਹੀਂ ਆਜ਼ਾਦ ਹੋਇਆ, ਦੁਸ਼ਮਣ ਸਾਹਮਣੇ ਖੜਾ ਤੇ ਇੱਥੇ ਹੀ ਸ਼ਹੀਦੀ, ਸੀਸ ਇੱਥੇ ਹੀ। ਬਾਬਾ ਜੀ ਨੇ ਉਸੇ ਵਕਤ ਆਪਣੀ ਤਲੀ ਦੇ ਉੱਤੇ ਆਪਣਾ ਸੀਸ ਰੱਖ ਲਿਆ। ਇਹ ਛੋਟੀਆਂ ਖੇਡਾਂ ਨਹੀਂ, ਇਹ ਮਾਈਂਡ ਲੈਵਲ ਤੋਂ ਪਾਰ ਦੀਆਂ ਖੇਡਾਂ, ਇਹ ਹਰ ਇੱਕ ਦੇ ਸਮਝ ਵੀ ਨਹੀਂ ਪੈ ਸਕਦੀਆਂ। ਸੋ ਆਪਣੀ ਤਲੀ ਦੇ ਉੱਤੇ ਸੀਸ ਔਰ ਦੂਸਰੇ ਹੱਥ ਵਿੱਚ ਖੰਡਾ ਖੜਕਾਉਂਦਿਆਂ ਜੰਗ ਕਰਦੇ ਚਲੇ ਜਾ ਰਹੇ ਨੇ। ਦੁਸ਼ਮਣਾਂ ਨੂੰ ਭੱਜਣਾ ਪੈ ਗਿਆ, ਇਹਨਾਂ ਦੇ ਤਾਂ ਮੁਰਦੇ ਵੀ ਉੱਠ ਕੇ ਲੜ ਰਹੇ ਨੇ। ਔਰ ਬਾਬਾ ਜੀ ਨੇ ਫਤਿਹ ਵੀ ਹੋਇਆ, ਹਰਮੰਦਰ ਸਾਹਿਬ ਵੀ ਆਜ਼ਾਦ ਕਰਾਇਆ, ਆਪਣਾ ਸੀਸ ਵੀ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਅਰਪਣ ਕੀਤਾ ਹੈ। ਇਹ ਹੈ ਵਿਸ਼ਵਾਸ। ਇਤਿਹਾਸ ਪੜ੍ਹਿਆ ਕਰੋ, ਸੁਣਿਆ ਕਰੋ, ਸੁਣਾਇਆ ਕਰੋ ਇੱਕ ਦੂਸਰੇ ਨੂੰ, ਤਾਂ ਕਿ ਵਿਸ਼ਵਾਸ ਵੱਜੇ ਸਾਡੇ ਉੱਤੇ। ਗੁਰੂ ਤਾਂ ਸਾਡੇ ਅੰਗ ਸੰਗ ਹੈ। ਅਗਰ ਤੁਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਸ਼ਾਮਾਂ ਨੂੰ ਪੜ੍ਹਦੇ ਹੋ, ਤਾਂ ਇਹ ਬਾਣੀ ਗੁਰੂ ਹੈ। ਬਾਣੀ ਚੱਲਦੇ ਫਿਰਦੇ ਜਿੱਥੇ ਵੀ ਜਾਂਦੇ ਹੋ, ਚਾਹੇ ਵਾਹਿਗੁਰੂ, ਚਾਹੇ ਮੂਲ ਮੰਤਰ, ਚਾਹੇ ਕੋਈ ਸ਼ਬਦ ਦਾ ਜਾਪ, ਚਾਹੇ ਭਾਵ ਹੀ ਕਰਦੇ ਹੋ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਉਹ ਤਾਂ ਅੰਦਰ ਦੀਆਂ ਖੇਡਾਂ ਜਾਣਦਾ ਹੈ। ਅਸੀਂ ਤਾਂ ਬਾਣੀ ਵਿੱਚ ਕਿਹਾ ਵੀ ਸਤਿਗੁਰ ਨੂੰ ਜੈਸਾ ਕੋਈ ਇੱਛਦਾ, ਜਿੱਦਾਂ ਦਾ ਸਤਿਗੁਰ ਨੂੰ ਕੋਈ ਇੱਛ ਲੈਂਦਾ। ਬਾਬਾ ਦੀਪ ਸਿੰਘ ਜੀ ਵਾਲਿਆਂ ਨੇ ਇੱਛਿਆ ਸੀ ਵੀ ਗੁਰੂ ਨੂੰ ਦੇ ਚਰਨਾਂ 'ਚ ਅਰਦਾਸ ਕੀਤੀ ਆ, ਸਾਡਾ ਗੁਰੂ ਸਮਰੱਥ ਆ, ਹੁਣ ਤਾਂ ਬਿਨਾਂ ਸੀਸ ਤੋਂ ਵੀ ਅਸੀਂ ਲੜ ਸਕਦੇ ਹਾਂ। ਇਹ ਉਦਾਂ ਦਾ ਫਿਰ ਸਤਿਗੁਰ ਉਹਨਾਂ ਦੀਆਂ ਖੇਡਾਂ ਕਰਦਾ।
ਅਸੀਂ ਮਾਈਂਡ ਲੈਵਲ ਵਾਲੇ ਕਹਿ ਦਿੰਦੇ ਆ, ਲੈ ਏਦਾਂ ਕਿੱਦਾਂ ਹੋ ਸਕਦਾ, ਵੀ ਸਾਡਾ ਹੋ ਨਹੀਂ ਸਕਣਾ। ਬਸ ਇਹ ਸਾਰੀ ਖੇਡ ਇਹੀ ਹੈ, ਸਾਡੀ ਕੰਡੀਸ਼ਨਿੰਗ। ਅਸੀਂ ਇਹ ਕਰ ਲਈ, ਹੋ ਨਹੀਂ ਸਕਦਾ। ਉਹਨਾਂ ਨੇ ਇਹ ਕੀਤੀ, ਉਹ ਸੀ ਵੀ ਸਮਰੱਥ ਗੁਰੂ ਸਭ ਕੁਝ ਹੋ ਸਕਦਾ। ਇੰਪੋਸੀਬਲ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਜਿੱਥੇ ਗੁਰੂ ਦਾ ਓਟ ਆਸਰਾ, ਜਿੱਥੇ ਗੁਰੂ ਦੇ ਚਰਨਾਂ 'ਚ ਅਰਦਾਸ ਹੈ, ਜਿੱਥੇ ਗੁਰੂ ਦੇ ਥਾਪੜੇ ਨੇ, ਉੱਥੇ ਸਭ ਕੁਝ ਪੋਸੀਬਲ ਹੈ। ਸੋ ਸੰਗਤ ਜੀ, ਇਹ ਅਸੀਂ ਵਿਸ਼ਵਾਸ ਰੱਖੀਏ ਆਪਣੇ ਗੁਰੂ ਦੇ ਉੱਤੇ। ਸਤਿਗੁਰ ਨੂੰ ਜੈਸਾ ਕੋ ਇਛਦਾ ਤੇਹਾ ਫਲ ਪਾਏ, ਉਹੋ ਜਿਹਾ ਫਲ ਪੈਂਦਾ ਹੈ। ਸੋ ਸਾਰੀ ਬਾਣੀ ਸਤਿਗੁਰ ਦੀ ਬਾਣੀ ਹੈ। ਬਾਣੀ ਦੇ ਵਿੱਚੋਂ ਕੁਛ ਵੀ ਅਫਰਮੇਸ਼ਨਸ ਲਿਆ ਕਰੋ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ, ਖਜ਼ਾਨੇ ਭਰੇ ਹੋਏ ਨੇ। ਬਸ ਉਹ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਉਹੋ ਜਿਹਾ ਹੀ ਜੀਵਨ ਬਣ ਜਾਏਗਾ। ਤੋ ਗੁਰੂ ਮਹਾਰਾਜ ਜੀ ਹਾਜ਼ਰ ਨਾਜ਼ਰ ਨੇ। ਅੰਮ੍ਰਿਤ ਵੇਲੇ ਵਿੱਚ ਵੀ ਸਤਿਗੁਰਾਂ ਨੂੰ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜ ਜੀ, ਸੰਗਤਾਂ ਆਪ ਜੀ ਦੀਆਂ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਨੇ ਤੁਹਾਡੀਆਂ ਅਸੀਸਾਂ ਲੈਣ ਦੇ ਲਈ। ਤੇ ਬੈਠਣ ਤੋਂ ਪਹਿਲਾਂ ਵੀ ਸਤਿਗੁਰਾਂ ਨੂੰ ਯਾਦ ਕਰਕੇ ਬੁਲਾਇਆ ਜਾਂਦਾ ਹੈ। ਔਰ ਮੇਰਾ ਆਪਣਾ ਇਹੀ ਵਿਸ਼ਵਾਸ ਹੈ ਕਿ ਸਤਿਗੁਰ ਜੀ ਹਾਜ਼ਰ ਨਾਜ਼ਰ ਨੇ, ਸਾਡੇ ਵਿੱਚ ਆਪਣੀਆਂ ਅਸੀਸਾਂ ਦੇ ਰਹੇ ਨੇ। ਅੱਜ ਸਾਰੇ ਅਸੀਂ ਇਹੀ ਅਸੀਸਾਂ ਮੰਗ ਰਹੇ ਹਾਂ ਕਿ ਸਾਨੂੰ ਵੀ ਵਿਸ਼ਵਾਸ ਵੱਜੇ। ਉਹ ਅਵਸਥਾ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ ਦੀਆਂ ਅਸੀਸਾਂ ਸਾਰੀ ਸੰਗਤ ਨੂੰ ਬਖਸ਼ੋ ਸਤਿਗੁਰ ਜੀ। ਇਹ ਜਿਹੜੇ ਡਾਵੇਂ ਡੋਲ ਹੋਏ ਪਏ ਆ, ਸਾਰਿਆਂ ਨੂੰ ਕੱਢ ਕੇ ਚੜ੍ਹਦੀਆਂ ਕਲਾ ਵਾਲਾ ਜੀਵਨ, ਨਾਮ ਦੇ ਰੰਗ ਵਾਲਾ ਜੀਵਨ ਸਾਨੂੰ ਸਾਰੀਆਂ ਸੰਗਤਾਂ ਨੂੰ ਬਖਸ਼ੋ ਗੁਰੂ ਮਹਾਰਾਜ ਜੀ। ਸੋ ਸੰਗਤ ਜੀ, ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਕੋਈ ਭੁੱਲ, ਕੋਈ ਗਲਤੀ ਹੋ ਗਈ ਹੋਵੇ, ਸੰਗਤ ਜੀ ਆਪ ਤੁਸੀਂ ਬਖਸ਼ ਦੇਣਾ। ਔਰ ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ ਸੰਗਤ ਜੀ, ਕਿਉਂਕਿ ਤੁਹਾਡੀਆਂ ਹੀ ਅਸੀਸਾਂ ਦੇ ਖਾਤਰ ਮਹਾਰਾਜ ਜੀ ਸਾਨੂੰ ਵੀ ਤੁਹਾਡੇ ਚਰਨਾਂ ਵਿੱਚ ਬਿਠਾ ਲੈਂਦੇ ਨੇ। ਚਾਰ ਸਾਨੂੰ ਵੀ ਮਹਾਰਾਜ ਜੀ ਬਖਸ਼ ਦੇਣਗੇ ਤੁਹਾਡੀਆਂ ਅਸੀਸਾਂ ਦੀ ਖਾਤਰ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।